दंडौत बंदन अनक बार, सर्व कला समरथ डोलन ते रखो प्रभु नानक दे कर हथ। सज्जन सच्चा पातशाह सिरसा हंदशाह। जिस पास बैठिया सोहिया सबना दा वेसाह। सतनाम श्री वाहिगुरु साहिब जी। सोरठ महला पंजवा। ठांड पाई करतारे ताप छोड़ गया परवारे। गुरपुर है राखी शरण सच्चे की ताकी। ठांड पाई करतारे ताप छोड़ गया परवारे। गुरपुर है राखी शरण सच्चे की ताकी। परमेश्वर आप हुआ रखवाला शांत सहज सुख खिन मह उपजे। मन होवा सदा सुखाला रहाओ। हर हर नाम दियो दारू तिन सगला रोग बिदारू। अपनी कृपा तारी तिन सगली बात सवारी। प्रभ अपना बिरद समारिया हमरा गुण अवगुण ना विचारिया। गुर का शब्द भयो साखी तिन सगली लाज राखी। बोलाया बोली तेरा तू साहिब गुणी गहेरा। जप नानक नाम सच साखी अपने दास की पैज राखी। बोलाया बोली तेरा तू साहिब गुणी गहेरा। जप नानक नाम सच साखी अपने दास की पैज राखी। वाहिगुरु जी का खालसा वाहिगुरु जी की फतेह। जुग जुग अटल लोक परलोक दे राखे। चवर छत्र तखत दे मालक दो जहान दे वाली। निमाणियां दे मान निताणियां दे तान। धन धन साहिब श्री गुरु ग्रंथ साहिब सच्चे पातशाह जी दी पावन पवित्र हजूरी अंदर सिख पंथ दे महान ते पावन पवित्र अस्थान गुरुद्वारा मंजी साहिब दीवान हाल विखे जुड़ बैठी साध संगत जी
ਇੱਕ ਵਾਰੀ ਫੇਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅੱਜ ਗੁਰੂ ਦੇ ਬੋਲ ਸੁਣਨ ਵਾਸਤੇ ਬੈਠੇ ਆ, ਆਪਾਂ ਵੱਡੇ ਭਾਗਾਂ ਵਾਲੇ ਆ। ਇਹ ਗੱਲ ਆਪਣੇ ਮਨ ਦੇ ਵਿੱਚ ਪੱਕੀ ਤਰ੍ਹਾਂ ਜਿਹੜੀ ਹੈ ਉਹ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਜੇ ਅਸੀਂ ਗੁਰੂ ਦੀ ਬਾਣੀ ਪੜ੍ਹਨ ਬੈਠਦੇ ਆਂ, ਗੁਰੂ ਦੀ ਬਾਣੀ ਸੁਣਨ ਬੈਠਦੇ ਆਂ, ਜਾਂ ਗੁਰੂ ਦੀ ਬਾਣੀ ਦੀ ਵਿਚਾਰ ਸੁਣਨ ਬੈਠਦੇ ਆਂ ਜਾਂ ਕਰਨ ਬੈਠਦੇ ਆਂ, ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸੰਭਵ ਨਹੀਂ ਹੈ। ਗੁਰੂ ਪਿਆਰਿਓ, ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਕਿਉਂਕਿ ਸਭ ਤੋਂ ਉੱਤਮ ਕੰਮ ਜਿਹੜਾ ਨਾ ਧਰਮ ਦੇ ਖੇਤਰ ਦੇ ਵਿੱਚ ਉਹ ਇਹ ਹੈ। ਤੇ ਲੋਕ ਕਿੰਨੇ ਧਰਮ ਦੇ ਕੰਮ ਕਰਦੇ ਆ, ਕੋਈ ਦਾਨ ਕਰਦਾ ਹੈ, ਕੋਈ ਪੁੰਨ ਕਰਦਾ ਹੈ, ਕੋਈ ਤੀਰਥਾਂ ਤੇ ਨਹਾਉਂਦਾ ਹੈ, ਕੋਈ ਜਲ ਧਾਰੇ ਕਰਦਾ ਹੈ, ਕੋਈ ਸੁਆਹ ਮਲਦਾ ਹੈ, ਕੋਈ ਘਰ-ਬਾਰ ਛੱਡ ਕੇ ਜੰਗਲਾਂ ਬੇਲੀਆਂ ਦੇ ਵਿੱਚ ਚਲਾ ਜਾਂਦਾ ਹੈ, ਭ੍ਰਮਣ ਕਰਦਾ ਹੈ, ਰਮਤ ਕਰਦਾ ਹੈ। ਪਰ ਸਭ ਤੋਂ ਉੱਤਮ ਕੰਮ ਜਿਹੜਾ ਹੈ ਉਹ ਇਹ ਹੈ ਕਿ ਸੰਗਤ ਵਿੱਚ ਬੈਠ ਕੇ ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਦੀ ਵਿਚਾਰ ਕਰਨੀ, ਬਾਣੀ ਦੀ ਵਿਚਾਰ ਸੁਣਨੀ। ਪਰ ਸਾਰੇ ਕਿਉਂ ਨਹੀਂ ਕਰਨ ਲੱਗ ਜਾਂਦੇ ਸੰਗਤ 'ਚ ਬੈਠ ਕੇ ਇਹ ਉੱਤਮ ਕੰਮ? ਕਿਉਂਕਿ ਇਹ ਉਹਨਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਤੇ ਅਕਾਲ ਪੁਰਖ ਦੀ ਰਹਿਮਤ ਹੈ। ਇਸ ਕਰਕੇ ਜਿੰਨੇ ਅਸੀਂ ਬੈਠੇ ਆ ਨਾ ਗੁਰੂ ਪਿਆਰਿਓ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ, ਸਾਨੂੰ ਪਰਮੇਸ਼ਵਰ ਨੇ ਕਿਰਪਾ ਕਰਕੇ ਭੇਜਿਆ, ਗੁਰੂ ਨੇ ਕਿਰਪਾ ਕਰਕੇ ਭੇਜਿਆ, ਤਾਂ ਅਸੀਂ ਆਏ ਹਾਂ, ਤਾਂ ਅਸੀਂ ਬੈਠੇ ਹਾਂ ਤੇ ਬੈਠਣਾ। ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਬਖਸ਼ਿਆ ਸਤਿਗੁਰਾਂ ਦਾ ਸਾਡੀ ਝੋਲੀ ਪਿਆ ਔਰ ਆਪਾਂ ਹੁਣੇ ਸੁਣਿਆ ਹੈ, ਇਸੇ ਪਾਵਨ ਮੁੱਖ ਵਾਕ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਆਪਾਂ ਨੇ ਵਿਚਾਰ ਸਾਂਝੀ ਕਰਨੀ। ਇਹ ਜਿਹੜਾ ਪਾਵਨ ਸ਼ਬਦ ਹੈ ਗੁਰੂ ਪਿਆਰਿਓ, ਇਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਔਰ ਸੋਰਠ ਰਾਗ ਦੇ ਵਿੱਚ ਸੁਭਾਇਮਾਨ ਹੈ। ਕੁਝ ਟੀਕਾਕਾਰਾਂ ਨੇ, ਕੁਝ ਵਿਆਖਿਆਕਾਰਾਂ ਨੇ ਇਹ ਜਿਹੜੇ ਸ਼ਬਦ ਨੇ ਨਾ, ਇਹਨਾਂ ਦਾ ਇੱਕ ਇਤਿਹਾਸਕ ਪਿਛੋਕੜ ਵੀ ਦੱਸਿਆ। ਪਰ ਆਪਾਂ ਇਹ ਸੁਣਨਾ ਕਿ ਇਸ ਸ਼ਬਦ ਵਿੱਚ ਮਹਾਰਾਜ ਸਾਨੂੰ ਕਹਿ ਕੀ ਰਹੇ ਨੇ, ਸਾਨੂੰ ਸਮਝਾ ਕੀ ਰਹੇ ਨੇ। ਸ਼ਬਦ ਦਾ ਮੁੱਖ ਭਾਵ ਜਿਹੜਾ ਹੈ ਉਹ ਰਹਾਉ ਵਾਲੀ ਪੰਕਤੀ 'ਚ ਸਮੋਇਆ ਹੋਇਆ ਹੈ। ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਨੂੰ ਗੁਰੂ ਪਿਆਰਿਓ ਸੁਣੀਏ ਕਿ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਖਾਸ ਗੱਲ ਕੀ ਕਹਿ ਰਹੇ ਨੇ। ਕਿਉਂਕਿ ਰਹਾਉ ਦੀ ਪੰਕਤੀ 'ਚ ਭਾਵ ਹੁੰਦਾ ਸ਼ਬਦ ਦਾ, ਜਿਹਨੂੰ ਆਪਾਂ ਕੇਂਦਰੀ ਭਾਵ ਕਹਿ ਦਿੰਦੇ ਹਾਂ ਜਾਂ ਸੈਂਟਰਲ ਆਈਡੀਆ ਕਹਿ ਦਿੰਦੇ ਹਾਂ। ਤਾਂ ਮਹਾਰਾਜ ਮੁੱਖ ਗੱਲ ਕੀ ਕਹਿ ਰਹੇ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ? ਕਹਿੰਦੇ ਪਰਮੇਸ਼ਵਰ ਆਪ ਹੋਆ ਰਖਵਾਲਾ। ਪਰਮੇਸ਼ਵਰ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਗੁਰੂ ਪਿਆਰਿਓ, ਈਸ਼। ਈਸ਼, ਈਸ਼ ਦਾ ਮਤਲਬ ਹੁੰਦਾ ਮਾਲਕ। ਈਸ਼ ਤੋਂ ਹੀ ਸ਼ਬਦ ਬਣਿਆ ਈਸ਼ਵਰ, ਈਸ਼ ਤੋਂ ਹੀ ਸ਼ਬਦ ਬਣਿਆ ਈਸ਼ਰ, ਜਿਹਨੂੰ ਅਸੀਂ ਈਸਰ ਕਹਿ ਦਿੰਦੇ ਹਾਂ। ਈਸ਼ ਤੋਂ ਹੀ ਜਗਦੀਸ਼ ਅਸੀਂ ਸ਼ਬਦ ਪੜ੍ਹਦੇ ਹਾਂ। ਤੇ ਪਰਮੇਸ਼ਰ ਦਾ ਮਤਲਬ ਕੀ ਹੈ? ਪਰਮ ਈਸ਼ਵਰ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਪਰਮ ਈਸ਼ਵਰ। ਪਰਮ ਦਾ ਮਤਲਬ ਹੁੰਦਾ ਵੱਡਾ। ਜਿਹੜੇ ਵੀ ਵਿਸ਼ੇਸ਼ਣ ਦੇ ਅੱਗੇ ਪਰਮ ਸ਼ਬਦ ਲੱਗ ਜੇ ਨਾ ਗੁਰੂ ਪਿਆਰਿਓ, ਉਸ ਵਿਸ਼ੇਸ਼ਣ ਦੀ ਮਹੱਤਤਾ ਜਿਹੜੀ ਹੈ ਉਹ ਬਹੁਤ ਵੱਡੀ ਕਰ ਦਿੰਦਾ।
ਜਿਵੇਂ ਆਪਾਂ ਕਹਿੰਦੇ ਵੀਰ, ਤੇ ਜੇ ਵੀਰ ਦੇ ਅੱਗੇ ਪਰਮ ਸ਼ਬਦ ਲਾ ਦਈਏ, ਪਰਮ ਵੀਰ, ਵੱਡਾ ਵੀਰ, ਕਿੱਡਾ ਵੱਡਾ ਵੀਰ, ਇਹ ਦੱਸਿਆ ਨਹੀਂ ਜਾ ਸਕਦਾ। ਖਾਸ ਤੌਰ ਤੇ ਪਰਮੇਸ਼ਵਰ ਬਾਰੇ ਬਹੁਤ ਸਾਰੇ ਸ਼ਬਦ ਹੈ। ਪਰਮਵੀਰ, ਉਵੇਂ ਗੁਰੂ ਪਿਆਰਿਓ ਪਰਮ ਈਸਰ, ਪਰਮ, ਪਰਮ ਦਾ ਮਤਲਬ ਹੈ ਵੱਡਾ, ਤੇ ਈਸਰ ਦਾ ਮਤਲਬ ਹੁੰਦਾ ਹੈ ਮਾਲਕ, ਵੱਡਾ ਮਾਲਕ। ਪਰਮੇਸ਼ਵਰ ਦਾ ਮਤਲਬ ਹੈ ਵੱਡਾ ਮਾਲਕ। ਕਿੱਡਾ ਵੱਡਾ ਮਾਲਕ? ਕੋਈ ਦੱਸ ਸਕਦਾ ਹੈ ਕਿੱਡਾ ਵੱਡਾ ਮਾਲਕ ਹੈ ਉਹ? ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਦੱਸੂ ਜਿਹੜਾ ਉਹਦੇ ਜਿੱਡਾ ਵੱਡਾ ਹੋਊਗਾ। ਕੋਈ ਹੈ ਉਹਦੇ ਜਿੱਡਾ ਵੱਡਾ? ਏ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਕਹਿੰਦੇ ਜੇ ਕੋਈ ਐਡਾ ਵੱਡਾ ਹੋਊਗਾ, ਏ ਵੱਡ, ਏ ਵੱਡ ਦਾ ਮਤਲਬ ਹੈ ਐਡਾ ਵੱਡਾ। ਏ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਕਹਿੰਦੇ ਜੇ ਕੋਈ ਉਹਦੇ ਜਿੱਡਾ ਵੱਡਾ ਹੋਊਗਾ ਤਾਂ ਉਹ ਦੱਸੂਗਾ ਵੀ ਭਾਈ ਪਰਮਾਤਮਾ ਇੰਨਾ ਵੱਡਾ ਹੈ। ਹੁਣ ਉਹਦੇ ਜਿੱਡਾ ਵੱਡਾ ਤਾਂ ਹੈ ਹੀ ਕੋਈ ਨਹੀਂ ਜਗਤ ਵਿੱਚ, ਫਿਰ ਕੌਣ ਦੱਸੂਗਾ ਉਹ ਕਿੱਡਾ ਵੱਡਾ ਹੈ? ਕੋਈ ਨਹੀਂ ਦੱਸ ਸਕਦਾ ਗੁਰੂ ਪਿਆਰਿਓ, ਕੋਈ ਨਹੀਂ ਬਿਆਨ ਕਰ ਸਕਦਾ, ਕੋਈ ਬਿਆਨ ਹੀ ਨਹੀਂ ਕਰ ਸਕਦਾ। ਸਮੁੰਦਰ ਦੇ ਵਿੱਚ ਕਿੰਨੇ ਲੱਖ ਕਿਊਸਕ ਪਾਣੀ ਹੈ, ਕਿੰਨੇ ਕਰੋੜ ਕਿਊਸਕ ਪਾਣੀ ਹੈ, ਕਿੰਨੇ ਅਰਬ ਕਿਊਸਕ ਪਾਣੀ ਹੈ, ਕਿਵੇਂ ਕੋਈ ਦੱਸੂਗਾ? ਧਰਤੀ ਦਾ ਵਜਨ ਗੁਰੂ ਪਿਆਰਿਓ ਕੋਈ ਦੱਸ ਸਕਦਾ ਕਿ ਧਰਤੀ ਦਾ ਕਿੰਨਾ ਵਜਨ ਹੈ? ਕੋਈ ਤੋਲ ਸਕਦਾ ਧਰਤੀ ਨੂੰ? ਪਹਿਲੀ ਗੱਲ ਤਾਂ ਧਰਤੀ ਨੂੰ ਤੋਲਣ ਵਾਸਤੇ ਕੋਈ ਕੰਡਾ ਹੀ ਨਹੀਂ ਬਣਨਾ, ਤੱਕੜੀਓ ਨਹੀਂ ਬਣਨੀ। ਤੇ ਜੇ ਧਰਤੀ ਨੂੰ ਤੋਲਣ ਵਾਸਤੇ ਕਿਸੇ ਨੇ ਤੱਕੜੀ ਬਣਾ ਲਈ ਤੇ ਉਹ ਤੱਕੜੀ ਰੱਖੂ ਕਿੱਥੇ? ਤੇ ਜੇ ਵਾਹਿਗੁਰੂ ਦੀ ਪੈਦਾ ਕੀਤੀ ਧਰਤੀ ਦਾ ਕੋਈ ਤੋਲ ਨਹੀਂ ਦੱਸ ਸਕਦਾ, ਤੇ ਵਾਹਿਗੁਰੂ ਕਿੱਡਾ ਵੱਡਾ ਹੈ ਗੁਰੂ ਪਿਆਰਿਓ ਕੌਣ ਦੱਸ ਸਕਦਾ? ਕੋਈ ਦੱਸ ਸਕਦਾ ਹੈ ਕਿ ਵਾਹਿਗੁਰੂ ਕਿੱਡਾ ਵੱਡਾ ਹੈ? ਜੇ ਧਰਤੀ ਦਾ ਕੋਈ ਤੋਲ ਨਹੀਂ ਦੱਸ ਸਕਦਾ ਤੇ ਵਾਹਿਗੁਰੂ ਨੇ ਪਤਾ ਨਹੀਂ ਕਿੰਨੀਆਂ ਕਰੋੜਾਂ ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ, ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ। ਜੇ ਉਹਦੀ ਪੈਦਾ ਕੀਤੀ ਇੱਕ ਧਰਤੀ ਦਾ ਕੋਈ ਤੋਲ ਨਹੀਂ ਦੱਸ ਸਕਦਾ, ਤੇ ਜਿਹੜੇ ਪਰਮੇਸ਼ਵਰ ਨੇ ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ, ਉਸ ਵਾਹਿਗੁਰੂ ਦਾ ਤੋਲ ਭਲਾ ਕਿਹਨੇ ਦੱਸਣਾ ਗੁਰੂ ਪਿਆਰਿਓ? ਕੋਈ ਦੱਸ ਸਕਦਾ? ਨਹੀਂ ਦੱਸ ਸਕਦਾ। ਫਿਰ ਕੀ ਕਵਾਂਗੇ? ਫਿਰ ਇੱਕੋ ਹੀ ਸ਼ਬਦ ਕਵਾਂਗੇ, ਪਰਮੇਸ਼ਵਰ, ਵੱਡਾ ਮਾਲਕ, ਵੱਡਾ ਮਾਲਕ। ਬਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੋਆ ਰਖਵਾਲਾ। ਵਾਹਿਗੁਰੂ ਆਪ ਰਖਵਾਲਾ ਹੋ ਗਿਆ। ਕਿਹਦਾ ਹੋ ਗਿਆ ਗੁਰੂ ਪਿਆਰਿਓ? ਵਾਹਿਗੁਰੂ ਆਪ ਰਖਵਾਲਾ ਕਿਹਦਾ ਹੁੰਦਾ ਹੈ? ਇਹ ਤਾਂ ਗੁਰੂ ਪਿਆਰਿਓ ਦੱਸਦੇ ਨੇ ਸਾਰੇ ਸ਼ਬਦ 'ਚ, ਪਰ ਇੱਥੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਆਪ ਜਿਹਦਾ ਰਖਵਾਲਾ ਬਣ ਗਿਆ, ਜਿਹਦੀ ਰਾਖੀ ਕਰਨ ਵਾਲਾ ਅਕਾਲ ਪੁਰਖ ਬਣ ਗਿਆ, ਫਿਰ ਉਹਨੂੰ ਕੀ ਮਿਲਦਾ ਹੈ? ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੀ ਪੰਕਤੀ 'ਚ ਦੱਸ ਰਹੇ। ਇਹ ਗੱਲ ਪੱਕੀ ਹੈ ਗੁਰੂ ਪਿਆਰਿਓ, ਵਾਹਿਗੁਰੂ ਜਿਹੜਾ ਹੈ ਉਹ ਰਾਖੀ ਕਰਨ ਵਾਲਾ ਬਣਦਾ ਹੈ, ਪਰ ਜੇ ਕੋਈ ਵਾਹਿਗੁਰੂ ਤੇ ਭਰੋਸਾ ਰੱਖ ਕੇ ਉਹਦੇ ਅੱਗੇ ਅਰਦਾਸ ਕਰੇ, ਉਹਦੇ ਅੱਗੇ ਅਰਦਾਸ ਕਰੇ, ਤੇ ਵਾਹਿਗੁਰੂ ਜਿਹੜਾ ਹੈ ਉਹ ਰਾਖੀ ਕਰਨ ਵਾਲਾ ਬਣਦਾ ਹੈ। 18ਵੀਂ ਸਦੀ ਦੇ ਵਿੱਚ ਇੱਕ ਵਾਰੀ ਲਾਹੌਰ ਦੇ ਕੋਲ ਇੱਕ ਪਿੰਡ ਸੀ। ਉਸ ਪਿੰਡ ਦੇ ਵਿੱਚ ਇੱਕ ਕੱਚੀ ਗੜੀ ਬਣੀ ਸੀ, ਤੇ ਕੁਝ ਸਿੱਖ ਜਿਹੜੇ ਆ ਉਸ ਕੱਚੀ ਗੜੀ ਦੇ ਵਿੱਚ ਚਲੇ ਗਏ ਰਾਤ ਕੱਟਣ ਵਾਸਤੇ। ਸਾਉਣ ਭਾਦੋਂ ਦੇ ਦਿਨ ਸੀ। ਉਹ ਜਿਹੜੇ ਸਿੱਖ ਕੱਚੀ ਗੜੀ ਦੇ ਵਿੱਚ ਚਲੇ ਗਏ ਨਾ ਰਾਤ ਕੱਟਣ ਵਾਸਤੇ, ਉਹਨਾਂ ਸਿੱਖਾਂ ਦੇ ਨਾਲ ਉਹਨਾਂ ਦੇ ਪਰਿਵਾਰ ਸੀ, ਤੇ ਪਰਿਵਾਰਾਂ ਦੇ ਵਿੱਚ ਬੱਚੇ ਵੀ ਸੀ, ਪਰਿਵਾਰਾਂ ਦੇ ਵਿੱਚ ਇਸਤਰੀਆਂ ਵੀ ਸੀ, ਪਰਿਵਾਰਾਂ ਦੇ ਵਿੱਚ ਬਜ਼ੁਰਗ ਵੀ ਹੁੰਦੇ। ਉੱਥੇ ਕਿਤੇ ਲਾਹੌਰ ਜਾ ਕੇ ਕਿਸੇ ਦੁਸ਼ਟ ਨੇ ਚੁਗਲੀ ਕਰਤੀ ਵੀ ਪਿੰਡ ਦੇ ਵਿੱਚ ਕੱਚੀ ਜਿਹੜੀ ਗੜੀ ਹੈ ਨਾ, ਉੱਥੇ ਕੁਝ ਸਿੱਖ ਰੁਕੇ ਆ ਆਪਣੇ ਪਰਿਵਾਰਾਂ ਦੇ ਨਾਲ।
ਲਾਹੌਰ ਤੋਂ ਵੱਡੀ ਗਿਣਤੀ ਦੇ ਵਿੱਚ ਫੌਜ ਜਿਹੜੀ ਸੀ ਉਹਨੇ ਆ ਕੇ ਉਸ ਕੱਚੀ ਹਵੇਲੀ ਸੀ, ਕਹਿ ਲੋ ਕੱਚੀ ਗੜੀ ਸੀ, ਉਹਨੂੰ ਘੇਰਾ ਪਾ ਲਿਆ। ਘੇਰਾ ਪਾ ਲਿਆ ਤੇ ਘੇਰਾ ਪਾ ਕੇ ਤੇ ਲੜਾਈ ਸ਼ੁਰੂ ਕਰਤੀ। ਉਧਰੋਂ ਸਿੰਘਾਂ ਦੇ ਕੋਲ ਜਿੰਨੀਆਂ ਗੋਲੀਆਂ ਸੀ ਉਹ ਵੀ ਮੁੱਕ ਗਈਆਂ, ਜਿੰਨੇ ਤੀਰ ਸੀ ਉਹ ਵੀ ਮੁੱਕ ਗਏ। ਤੁਰਕ ਜਿਹੜੇ ਬਾਹਰ ਬੈਠੇ ਸੀ ਨਾ, ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਇਹਨਾਂ ਕੋਲੇ ਹੁਣ ਗੋਲੀਆਂ ਤੀਰ ਮੁੱਕ ਗਏ ਆ, ਜੇ ਅਸੀਂ ਅੰਦਰ ਜਾਵਾਂਗੇ ਇਹਨਾਂ ਨੇ ਹੱਥੋਂ ਹੱਥ ਦੀ ਲੜਾਈ ਹੋ ਜਾਣਾ ਹੈ। ਇਉਂ ਕਰਦੇ ਆ ਆਪਾਂ, ਕਹਿੰਦੇ ਹੁਣ ਤੋਪਾਂ ਮੰਗਾਉਣੇ ਆ, ਤੋਪਾਂ ਦੇ ਗੋਲੇ ਸੁੱਟਦੇ ਆ ਕਹਿੰਦੇ ਅੰਦਰ। ਉਹ ਜਦੋਂ ਤੋਪਾਂ ਮੰਗਾਈਆਂ ਨਾ ਤੇ ਤੋਪਾਂ ਦੇ ਗੋਲੇ ਜਿਹੜੇ ਆ ਉਹ ਗੜੀ ਦੇ ਅੰਦਰ ਨਾ ਜਾਣ, ਕਿਉਂਕਿ ਗੜੀ ਉੱਚੀ ਬਾਹਲੀ ਸੀ। ਉਹਨਾਂ ਨੇ ਕਿਹਾ ਵੀ ਇਉਂ ਕਰੋ, ਬੰਦੇ ਬੁਲਾਓ ਪਿੰਡਾਂ ਤੋਂ, ਬੰਦੇ ਬੁਲਾ ਕੇ ਤੇ ਉਹਨਾਂ ਨੂੰ ਕਹੋ ਮਿੱਟੀ ਲਿਆਓ, ਮਿੱਟੀ ਇਕੱਠੀ ਕਰੋ, ਮਿੱਟੀ ਇਕੱਠੀ ਕਰਕੇ ਨਾ ਮਿੱਟੀ ਦੇ ਢੇਰ ਲਾ ਲਓ ਤੇ ਮਿੱਟੀ ਦੇ ਢੇਰ ਲਾ ਕੇ ਉਹਦੇ ਉੱਤੇ ਤੋਪਾਂ ਚੜਾਓ, ਫੇਰ ਗੋਲੇ ਦਾਗੋ, ਫੇਰ ਗੋਲੇ ਜਿਹੜੇ ਆ ਕੰਧਾਂ ਤੋਂ ਪਾਰ ਗੜੀ ਦੇ ਅੰਦਰ, ਉਹ ਹਵੇਲੀ ਦੇ ਅੰਦਰ ਡਿੱਗਣਗੇ। ਪਿੰਡਾਂ ਤੋਂ ਬੰਦੇ ਲਿਆਉਂਦੇ, ਟੋਕਰੀਆਂ ਜਿਹੜੀਆਂ ਸੀ ਉਹ ਮੰਗਾ ਲਈਆਂ, ਕਈਆਂ ਮੰਗਾ ਲਈਆਂ, ਮਿੱਟੀ ਜਿਹੜੀ ਸੀ ਗੱਡਿਆਂ ਤੇ ਪਟਵਾ ਲੱਦ ਕੇ ਉੱਥੇ ਢੇਰ ਲਾਉਣੇ ਸ਼ੁਰੂ ਕਰਤੇ। ਜਦੋਂ ਵੱਡੇ ਵੱਡੇ ਢੇਰ ਲੱਗ ਗਏ ਨਾ ਤੇ ਉਹਦੇ ਉੱਤੇ ਫਿਰ ਰੱਖ ਕੇ ਤੋਪਾਂ ਜਿਹੜੀਆਂ ਸੀ ਇਹਨਾਂ ਨੇ ਚਲਾਉਣੀਆਂ ਸ਼ੁਰੂ ਕਰਤੀਆਂ। ਤੇ ਉਧਰੋਂ ਫਿਰ ਸਿੰਘਾਂ ਨੇ ਕੀ ਕੀਤਾ, ਸਿੰਘ ਕਹਿਣ ਲੱਗੇ ਵੀ ਹੁਣ ਕੀ ਕਰੀਏ? ਕਹਿੰਦੇ ਇਉਂ ਕਰੀਏ, ਪਹਿਲਾਂ ਤਾਂ ਅਰਦਾਸ ਕਰੀਏ ਅਕਾਲ ਪੁਰਖ ਦੇ ਅੱਗੇ। ਕਹਿੰਦੇ ਸ਼ਾਮ ਦਾ ਵੇਲਾ ਹੋ ਗਿਆ, ਸਿੰਘਾਂ ਨੇ ਉਸੇ ਵੇਲੇ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਪ ਸਾਰੇ ਇਕੱਠਿਆਂ ਹੋ ਕੇ ਨਾ ਤੇ ਫਿਰ ਅਰਦਾਸ ਕੀਤੀ ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ। ਕਹਿਣ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਹੋਰ ਤਾਂ ਕੁਛ ਨਹੀਂ, ਜੇ ਅਸੀਂ ਇਸ ਗੜੀ ਦੇ ਵਿੱਚ ਤੋਪਾਂ ਦੇ ਗੋਲਿਆਂ ਦੇ ਨਾਲ ਮਾਰੇ ਗਏ ਨਾ ਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਨੇ ਚਾਂਬਲ ਜਾਣਾ ਹੈ ਤੇ ਗੱਲਾਂ ਕਰਨੀਆਂ ਵੀ ਸਿੱਖ ਮਾਰਤੇ, ਸਿੱਖ ਮਾਰਤੇ। ਕਿਹਦੇ ਸਿੱਖ ਮਾਰਤੇ? ਗੁਰੂ ਦੇ ਸਿੱਖ ਮਾਰਤੇ। ਬਸ ਆਹ ਗੱਲ ਨਹੀਂ ਜਰੀ ਜਾਣੀ ਵੀ ਗੁਰੂ ਦੇ ਸਿੱਖ ਮਾਰਤੇ, ਇਸ ਕਰਕੇ ਕਿਰਪਾ ਕਰੋ। ਜਦੋਂ ਤੇਰਾ ਨਾਮ ਆ ਜਾਂਦਾ ਨਾ ਸਤਿਗੁਰੂ, ਫਿਰ ਜਰਿਆ ਨਹੀਂ ਜਾਂਦਾ ਕਹਿੰਦੇ। ਤੇ ਕਹਿੰਦੇ ਐਸੀ ਅਕਾਲ ਪੁਰਖ ਦੀ ਕਿਰਪਾ ਹੋਈ, ਸ਼ਾਮ ਦਾ ਵੇਲਾ ਸੀ ਤੇ ਜ਼ੋਰਦਾਰ ਜਿਹੜਾ ਸੀ ਕਹਿੰਦੇ ਮੀਂਹ ਪੈਣਾ ਸ਼ੁਰੂ ਹੋ ਗਿਆ, ਬੱਦਲ ਆ ਗਿਆ। ਉਹ ਜਿਹੜੀ ਤੋਪਾਂ ਮਿੱਟੀ ਤੇ ਚੜਾਈਆਂ ਸੀ ਨਾ, ਮਿੱਟੀ ਦੇ ਢੇਰਾਂ ਤੇ ਸੀ, ਉਹ ਮਿੱਟੀ ਜਿਹੜੀ ਸੀ ਖਿਸਕ ਗਈ ਮੀਂਹ ਦੇ ਪਾਣੀ ਨਾਲ, ਤੋਪਾਂ ਮੂਧੀਆਂ ਹੋ ਗਈਆਂ। ਤੇ ਸਿੰਘਾਂ ਨੇ ਫਿਰ ਫੈਸਲਾ ਕੀਤਾ ਵੀ ਹੁਣ ਇਉਂ ਕਰੋ, ਰਾਤ ਨੂੰ ਨਿਕਲ ਜਾਓ, ਇਹਨਾਂ ਨੂੰ ਚੀਰਦੇ ਹੋਏ ਪਾਰ ਹੋ ਜਾਓ। ਮੁਗਲ ਸਿਪਾਹੀ ਕੋਈ ਮੀਂਹ ਤੋਂ ਬਚਣ ਵਾਸਤੇ ਦਰਖਤਾਂ ਦੀ ਓਟ ਲਈ ਬੈਠਾ ਸੀ, ਕੋਈ ਕਿਸੇ ਦੀ ਓਟ ਲਈ ਬੈਠਾ ਸੀ। ਤੇ ਸਿੰਘਾਂ ਦਾ ਦਲ ਜਿਹੜਾ ਸੀ ਫਿਰ ਇਹਨਾਂ ਤੁਰਕ ਸਿਪਾਹੀਆਂ ਨੂੰ ਚੀਰਦਾ ਹੋਇਆ ਮੀਂਹ ਦੇ ਵਿੱਚ, ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਸੀ ਉਹ ਇਸ ਘੇਰੇ ਦੇ ਵਿੱਚੋਂ ਬਾਹਰ ਨਿਕਲ ਗਿਆ। ਇਸ ਤਰ੍ਹਾਂ ਅਕਾਲ ਪੁਰਖ ਨੇ ਮਦਦ ਕੀਤੀ, ਅਕਾਲ ਪੁਰਖ ਨੇ ਕਿਰਪਾ ਕੀਤੀ। ਕਿਰਪਾ ਕਰਦਾ ਹੈ ਗੁਰੂ ਪਿਆਰਿਓ ਜਦੋਂ ਨਿਸ਼ਚੇ ਦੇ ਨਾਲ, ਜਦੋਂ ਵਿਸ਼ਵਾਸ ਦੇ ਨਾਲ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਫਿਰ ਉਹ ਰਾਖੀ ਕਰਦਾ ਹੈ। ਪੰਥ ਗੁਰੂ ਪਿਆਰਿਓ ਕਦੇ ਖਤਰੇ 'ਚ ਨਹੀਂ ਪੈ ਸਕਦਾ। ਖਤਰੇ 'ਚ ਉਦੋਂ ਪੈਂਦਾ ਹੈ ਜਦੋਂ ਗੁਰੂ ਪਿਆਰਿਓ ਗੁਰੂ ਤੇ ਭਰੋਸਾ ਘਟ ਜਾਂਦਾ ਹੈ, ਗੁਰੂ ਤੇ ਵਿਸ਼ਵਾਸ ਘਟ ਜਾਂਦਾ ਹੈ। ਅਰਦਾਸ ਹੋਵੇ ਗੁਰੂ ਦੇ ਅੱਗੇ ਤੇ ਗੁਰੂ ਬੌੜੀ ਨਾ ਕਰੇ, ਇਹ ਕਦੇ ਹੋ ਨਹੀਂ ਸਕਦਾ ਗੁਰੂ ਪਿਆਰਿਓ। ਸੂਰਜ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ, ਧਰਤੀ ਖਤਮ ਹੋ ਸਕਦੀ ਹੈ, ਚੰਦ ਖਤਮ ਹੋ ਸਕਦਾ ਹੈ, ਤਾਰੇ ਖਤਮ ਹੋ ਸਕਦੇ ਹੈ। ਜੇ ਕੋਈ ਆਖੇ ਨਾ ਸੂਰਜ ਖਤਮ ਹੋ ਗਿਆ, ਮੰਨਿਆ ਜਾ ਸਕਦਾ ਹੈ। ਜੇ ਕੋਈ ਆਖੇ ਧਰਤੀ ਖਤਮ ਹੋ ਗਈ, ਮੰਨਿਆ ਜਾ ਸਕਦਾ ਹੈ। ਕੋਈ ਆਖੇ ਚੰਦ ਤਾਰੇ ਖਤਮ ਹੋ ਗਏ, ਮੰਨਿਆ ਜਾ ਸਕਦਾ ਹੈ। ਪਰ ਜੇ ਕੋਈ ਕਵੇ ਨਾ ਕਿ ਸਿੱਖ ਅਰਦਾਸ ਕਰੇ ਗੁਰੂ ਬੌੜੀ ਨਹੀਂ ਕਰਦਾ, ਇਹ ਗੱਲ ਨਹੀਂ ਗੁਰੂ ਪਿਆਰਿਓ ਮੰਨੀ ਜਾ ਸਕਦੀ। ਸਿੱਖ ਭਰੋਸਾ ਰੱਖ ਕੇ ਅਰਦਾਸ ਕਰੇ ਤੇ ਗੁਰੂ ਬੌੜੀ ਨਾ ਕਰੇ, ਗੁਰੂ ਕਿਰਪਾ ਨਾ ਕਰੇ, ਪਰਮੇਸ਼ਵਰ ਕਿਰਪਾ ਨਾ ਕਰੇ। ਅਕਾਲ ਪੁਰਖ ਦੇ ਉੱਤੇ ਸਿੱਖਾਂ ਦਾ ਹੋਣਾ ਚਾਹੀਦਾ। ਅਸੀਂ ਉਦੋਂ ਹੀ ਗੁਰੂ ਪਿਆਰਿਓ ਰੋਨੇ ਆ ਜਦੋਂ ਭਰੋਸਾ ਟੁੱਟ ਜਾਂਦਾ ਹੈ ਤੇ ਗੁਰੂ ਕਿਰਪਾ ਕਰ ਦੇਣੀ ਬੰਦ ਕਰ ਦਿੰਦਾ ਹੈ, ਬਖਸ਼ਿਸ਼ ਕਰ ਦੇਣੀ ਬੰਦ ਕਰ ਦਿੰਦਾ ਹੈ। ਨਹੀਂ ਤਾਂ ਗੁਰੂ ਪਿਆਰਿਓ ਸਿੰਘਾਂ ਨੇ ਚਰਖੜੀਆਂ ਤੇ ਵੀ ਆਖਿਆ ਵਾਹਿਗੁਰੂ ਤੇਰਾ ਭਾਣਾ ਮਿੱਠਾ ਲੱਗਦਾ ਹੈ। ਬੰਦ ਕਟਾਉਂਦਿਆਂ ਵੀ ਆਖਿਆ ਹੇ ਸਤਿਗੁਰੂ ਤੇਰੀ ਰਜ਼ਾ ਬੜੀ ਮਿੱਠੀ ਲੱਗਦੀ ਹੈ।
ਤੇ ਅੱਜ ਜ਼ਮੀਨਾਂ ਜਾਇਦਾਦਾਂ ਘਰ-ਬਾਰ ਸਾਰਾ ਕੁਝ ਹੈ, ਫਿਰ ਵੀ ਆਖੀ ਜਾਂਦੇ ਆ ਮਰ ਗਏ ਹੋਏ, ਲੁੱਟੇ ਗਏ ਹੋਏ, ਕੰਗਾਲ ਹੋ ਗਏ ਹੋਏ, ਖਤਮ ਹੋ ਗਏ ਹੋਏ, ਮਰ ਜਾਗੇ ਹੋਏ, ਖਤਮ ਹੋ ਜਾਗੇ ਹੋਏ, ਸਰਕਾਰ ਆ ਨਹੀਂ ਕਰਦੀ ਹੋਏ, ਸਰਕਾਰ ਉਹ ਨਹੀਂ ਕਰਦੀ ਹੋਏ। ਕਿੱਡੀ ਕਮਾਲ ਦੀ ਗੱਲ। ਉਹ ਵਾਹਿਗੁਰੂ ਤੇ ਭਰੋਸਾ ਰੱਖੋ, ਅਕਾਲ ਪੁਰਖ ਤੇ ਭਰੋਸਾ ਰੱਖੋ, ਪਰਮੇਸ਼ਵਰ ਤੇ ਭਰੋਸਾ ਰੱਖੋ। ਸੁਖਮਨੀ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਕਿਹਾ ਨਾ, ਕਹਿੰਦੇ ਉਪਾਵ ਛੋੜ ਗਹੋ ਤਿਸਕੀ ਓਟ, ਸਾਰੇ ਢੰਗ ਤਰੀਕੇ ਉਪਾਅ ਛੱਡ ਕੇ ਅਕਾਲ ਪੁਰਖ ਦੀ ਓਟ ਲੈ ਲਓ। ਫਿਰ ਕੀ ਹੋਊਗਾ ਮਹਾਰਾਜ ਕਹਿੰਦੇ ਨਿਮਖ ਮਹਿ ਹੋਵੇ ਤੇਰੀ ਛੋਟ। ਦੇਖੋ ਕਿੱਡੀ ਕਮਾਲ ਦੀ ਗੱਲ ਕਹੀ। ਇਹ ਸਤਿਗੁਰਾਂ ਦੇ ਜਿਹੜੇ ਲਫ਼ਜ਼ ਹੈ ਨਾ ਗੁਰੂ ਪਿਆਰਿਓ, ਇਹ ਪੱਥਰ ਤੇ ਲਕੀਰ ਹੈ, ਇਹ ਸੱਚੇ ਬਚਨ ਹੈ, ਇਹ ਸੱਚੀ ਬਾਣੀ ਹੈ। ਜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਨਾ ਕਿ ਉਪਾਵ ਛੋੜ ਗਹੋ ਤਿਸਕੀ ਓਟ, ਨਿਮਖ ਮਹਿ ਹੋਵੇ ਤੇਰੀ ਛੋਟ, ਸਾਰੇ ਉਪਾਅ ਛੱਡ ਕੇ ਅਕਾਲ ਪੁਰਖ ਦੀ ਓਟ ਲੈ ਲਓ, ਤੁਹਾਡਾ ਇੱਕ ਪਲਕ ਝਪਕਣ ਜਿੰਨੇ ਸਮੇਂ 'ਚ ਛੁਟਕਾਰਾ ਹੋ ਜੂ, ਤੇ ਛੁਟਕਾਰਾ ਹੋ ਜਾਂਦਾ ਹੈ ਗੁਰੂ ਪਿਆਰਿਓ। ਤੇ ਇੱਥੇ ਵੀ ਇਹੋ ਕਹਿੰਦੇ ਨੇ, ਕਹਿੰਦੇ ਜਿਹਦਾ ਰਖਵਾਲਾ ਆਪ ਵਾਹਿਗੁਰੂ ਹੋ ਜਾਂਦਾ ਹੈ, ਫੇਰ ਉਹਨੂੰ ਕੀ ਮਿਲਦਾ। ਤਾਂ ਦੂਜੀ ਪੰਕਤੀ 'ਚ ਗੁਰੂ ਪਿਆਰਿਓ ਦੱਸਦੇ ਨੇ, ਕਹਿੰਦੇ ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਕਿੰਨੀਆਂ ਚੀਜ਼ਾਂ ਮਿਲਦੀਆਂ ਨੇ, ਵੈਸੇ ਤਾਂ ਬਹੁਤ ਮਿਲਦੀਆਂ ਨੇ, ਪਰ ਇੱਥੇ ਸਤਿਗੁਰਾਂ ਨੇ 3 ਚੀਜ਼ਾਂ ਦੱਸੀਆਂ ਨੇ। ਜਿਹਦਾ ਰਖਵਾਲਾ ਵਾਹਿਗੁਰੂ ਆਪ ਬਣਦਾ ਨਾ, ਇਸ ਪੰਕਤੀ 'ਚ ਮਹਾਰਾਜ ਨੇ 3 ਚੀਜ਼ਾਂ ਦੱਸੀਆਂ ਨੇ ਕਿ ਖਿਨ ਮਹਿ ਉਪਜੇ। ਖਿਨ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਖਿਨ ਕਹਿੰਦੇ ਛਣ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਛਣ, ਇੱਕ ਛਣ ਦੇ ਵਿੱਚ ਇਹ ਪੈਦਾ ਹੋ ਜਾਂਦੀਆਂ ਨੇ। ਖਿਨ ਮਹਿ ਉਪਜੇ, ਇੱਕ ਖਿਨ ਦੇ ਵਿੱਚ ਪੈਦਾ ਹੋ ਜਾਂਦੇ ਨੇ। ਕੀ ਪੈਦਾ ਹੋ ਜਾਂਦੇ ਨੇ? 3 ਨਾਂ ਦੱਸੇ ਨੇ ਪਾਤਸ਼ਾਹ ਨੇ। ਨੰਬਰ 1 ਕਹਿੰਦੇ ਸ਼ਾਂਤ। ਸ਼ਾਂਤ ਦੇ ਗੁਰੂ ਪਿਆਰਿਓ ਤੱਤੇ ਨੂੰ ਸਿਹਾਰੀ ਲੱਗੀ ਹੈ, ਇਹਦਾ ਅਰਥ ਹੈ ਸ਼ਾਂਤੀ। ਜਦੋਂ ਅਸੀਂ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਗੁਰੂ ਪਿਆਰਿਓ ਸ਼ਾਂਤੀ ਸ਼ਬਦ ਲਿਖਾਂਗੇ ਜਾਂ ਪੜਾਂਗੇ ਜਾਂ ਦੇਖਾਂਗੇ ਨਾ, ਉੱਥੇ ਤੌ ਨੂੰ ਸਿਹਾਰੀ ਲੱਗੀ ਹੋਊਗੀ। ਸ਼ਾਂਤੀ ਸ਼ਬਦ ਜਦੋਂ ਸੰਸਕ੍ਰਿਤ ਖਾਸ ਤੌਰ ਤੇ ਉੱਤੇ ਜਦੋਂ ਹਿੰਦੀ ਦੇ ਵਿੱਚ ਅਸੀਂ ਲਿਖਿਆ ਪੜਿਆ ਕਿਤੇ ਦੇਖਾਂਗੇ ਨਾ, ਤਾਂ ਉੱਥੇ ਤੌ ਨੂੰ ਸਿਹਾਰੀ ਲੱਗੀ ਹੋਊਗੀ। ਇੱਥੇ ਵੀ ਇਹ ਜਿਹੜੀ ਸਿਹਾਰੀ ਲੱਗੀ ਹੈ ਨਾ, ਇਹ ਮੂਲਕ ਅੰਕ ਵਜੋਂ ਲੱਗੀ ਹੈ। ਪੜਾਂਗੇ ਅਸੀਂ, ਉਚਾਰਨੇ ਦਾ ਕਰਾਂਗੇ ਸ਼ਾਂਤ, ਲੇਕਿਨ ਅਰਥ ਇਹਦਾ ਸ਼ਾਂਤੀ ਹੋਈ ਹੈ। ਕਹਿੰਦੇ ਇੱਕ ਤਾਂ ਸ਼ਾਂਤੀ ਪੈਦਾ ਹੋ ਜੂਗੀ। ਸ਼ਾਂਤੀ ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਆ ਦੁਨੀਆ ਅੱਜ ਸ਼ਾਂਤੀ ਅਮਨ, ਸ਼ਾਂਤੀ ਅਮਨ, ਸ਼ਾਂਤੀ ਅਮਨ ਕਰਦੀ ਤੁਰੀ ਫਿਰਦੀ ਹੈ, ਪਰ ਸ਼ਾਂਤੀ ਹੈ ਨਹੀਂ ਕਿਤੇ, ਅਮਨ ਹੈ ਨਹੀਂ ਕਿਤੇ, ਕਰਦੀ ਫਿਰਦੀ ਹੈ ਨਾ। ਅਮਨ ਹੋਣਾ ਚਾਹੀਦਾ ਹੈ, ਸ਼ਾਂਤੀ ਹੋਣੀ ਚਾਹੀਦੀ ਹੈ, ਅਮਨ ਹੋਣਾ ਚਾਹੀਦਾ ਹੈ, ਸ਼ਾਂਤੀ ਹੋਣੀ ਚਾਹੀਦੀ ਹੈ। ਆ ਸਤਿਗੁਰੂ ਦੱਸ ਰਹੇ ਨੇ ਵੀ ਸ਼ਾਂਤੀ ਅਮਨ ਜਿਹੜਾ ਹੈ ਇਹ ਕਿੱਥੋਂ ਮਿਲੂਗਾ, ਕਿੱਥੋਂ ਮਿਲੂਗਾ? ਕਹਿੰਦੇ ਇਹ ਤੁਹਾਡੇ ਅੰਦਰੋਂ ਪੈਦਾ ਹੋਊਗਾ, ਅੰਦਰੋਂ ਤੁਹਾਡੇ ਅੰਦਰੋਂ ਪੈਦਾ ਹੋਊਗਾ ਅਮਨ। ਤੇ ਜਦੋਂ ਅੰਦਰ ਬੰਦੇ ਦੇ ਅਮਨ ਪੈਦਾ ਹੋ ਜਾਂਦਾ ਹੈ, ਸ਼ਾਂਤੀ ਪੈਦਾ ਹੋ ਜਾਂਦੀ ਹੈ ਨਾ, ਫਿਰ ਗੁਰੂ ਪਿਆਰਿਓ ਸਮਾਜ 'ਚ ਵੀ ਹੋ ਜਾਂਦੀ। ਹੁਣ ਸਮਾਜ ਦੇ ਵਿੱਚ ਅਸ਼ਾਂਤੀ ਕੌਣ ਫੈਲਾਉਂਦਾ ਹੈ? ਬਾਦਾਮਨੀ ਕੌਣ ਫੈਲਾਉਂਦਾ ਹੈ? ਬੰਦਾ ਫੈਲਾਉਂਦਾ ਹੈ। ਕਿਹੜਾ ਬੰਦਾ ਫੈਲਾਉਂਦਾ ਹੈ? ਜਿਹਦੇ ਅੰਦਰ ਬਾਦਾਮਨੀ ਹੁੰਦੀ ਹੈ, ਜਿਹਦੇ ਅੰਦਰ ਅਸ਼ਾਂਤੀ ਹੁੰਦੀ ਹੈ, ਉਹ ਸਮਾਜ ਦੇ ਵਿੱਚ ਅਸ਼ਾਂਤੀ ਫੈਲਾਉਂਦਾ। ਜਿਹੜੇ ਘਰ ਦੇ ਵਿੱਚ ਜਿਹੜੇ ਜੀ ਦਾ ਅੰਦਰ ਠੰਡਾ ਨਹੀਂ ਨਾ ਗੁਰੂ ਪਿਆਰਿਓ, ਉਹ ਘਰ ਦੇ ਵਿੱਚ ਵੀ ਠੰਡ ਨਹੀਂ ਰਹਿਣ ਦਿੰਦਾ, ਉਹ ਘਰ ਦੇ ਵਿੱਚ ਵੀ ਕਲੇਸ਼ ਖੜਾ ਕਰੀ ਰੱਖਦਾ, ਪਿੰਡ ਦੇ ਵਿੱਚ ਕਲੇਸ਼ ਖੜਾ ਕਰੀ ਰੱਖਦਾ, ਇਲਾਕੇ 'ਚ ਕਲੇਸ਼ ਖੜਾ ਕਰੀ ਰੱਖਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਇਹ ਲੋਕ ਜਿਹੜੇ ਘਰ 'ਚ ਕਲੇਸ਼ ਪਾ ਲੈਂਦੇ ਨੇ, ਇਲਾਕੇ 'ਚ ਪਿੰਡ 'ਚ ਕਲੇਸ਼ ਪਾ ਲੈਂਦੇ ਨੇ, ਇਹਨਾਂ ਦੇ ਅੰਦਰ ਅਮਨ ਨਹੀਂ ਹੁੰਦਾ, ਅੰਦਰ ਚੈਨ ਨਹੀਂ ਹੁੰਦਾ। ਤੇ ਅੰਦਰ ਚੈਨ ਕਦੋਂ ਆਊਗਾ? ਜਦੋਂ ਪ੍ਰਮਾਤਮਾ ਆਪ ਰਖਵਾਲਾ ਹੋਊਗਾ। ਇੱਕ ਤਾਂ ਕਹਿੰਦੇ ਇਹ ਚੀਜ਼ ਮਿਲੂ ਸ਼ਾਂਤ, ਦੂਜਾ ਹੋਰ ਕੀ ਮਿਲੂਗਾ? ਦੂਜਾ ਕਹਿੰਦੇ ਸਹਿਜ। ਸਹਿਜ, ਸਹਿਜ ਦਾ ਕੀ ਅਰਥ ਹੈ ਗੁਰੂ ਪਿਆਰਿਓ? ਸਹਿਜ ਦੇ 2 ਅਰਥ ਹੁੰਦੇ ਆ। ਇੱਕ ਤਾਂ ਸਹਿਜ ਆਪਾਂ ਕਹਿੰਦੇ ਆ ਹੌਲੀ ਨੂੰ, ਆਪਾਂ ਕਹਿੰਦੇ ਸਹਿਜੇ ਸਹਿਜੇ ਚੱਲੀ, ਸਹਿਜੇ ਸਹਿਜੇ ਆਇਆ। ਤੇ ਇੱਥੇ ਸਹਿਜ ਦਾ ਅਰਥ ਹੈ ਗੁਰੂ ਪਿਆਰਿਓ ਅਡੋਲਤਾ ਦੀ ਅਵਸਥਾ, ਮਨ ਦੀ ਉਹ ਹਾਲਤ
जिथे मन जिहड़ा है वो भटकना बंद कर दिंदा है, डोलना बंद कर दिंदा है, उस अवस्था नूं सहज कहंदे आ। सहज बंदा सहज च चला गया। ते तीसरा की मिलूगा? तीसरा कहंदे सुख। तीन चीज़ां मिलणगियां। महाराज कहंदे कदों मिलणगियां? जदों वाहिगुरू रखवाला बन गया। किन्ने क चिर बाद मिलणगियां? सतगुरु जी कहंदे एक क्षण च पैदा हो जाणगियां, एक क्षण च। जदों वाहिगुरू रखवाला हो गया ना, उदों कहंदे एक क्षण च तिन्ने चीज़ां पैदा हो जाणगियां। सुख भी पैदा हो जू। सुख सुख भी गुरु प्यारिओ दो तरह का, एक तो दुनिया का सुख है, एक आत्मक सुख है। दुनिया के सुख ते आत्मक सुख दे विच फर्क की है गुरु प्यारिओ? फर्क है कि दुनिया का सुख जिहड़ा है ना, ये तो थोड़े जे समय वास्ते हुंदा। प्यास लगी, दुख है, पानी मिल गया, पी लिया, प्यास बुझ गई, कहंदे बई आनंद आ गया, ठंडा पानी मिल गया। भुख लगी, कितों रोटी मिल गई, भोजन मिल गया वधिया, खा के आख्या बई आनंद आ गया। गर्मी लगी, किते ठंडी हवा का बुला आया, शरीर नूं छुया, बई आनंद आ गया। ये दुनिया के सुख थोड़े चिरे सुख है। एक है परम सुख, आत्मक सुख। इत्थे बाणी दे विच ज़्यादातर गुरु प्यारिओ आत्मक सुखां दी गल आई है। इत्थे भी धन गुरु अर्जन देव जी महाराज कहंदे ने, कहंदे परमेश्वर आप होआ रखवाला, शांत सहज सुख खिनमह उपजे, मन होआ सदा सुखाला। फिर जो कहते एक खिन दे विच ये तिन्ने चीज़ां पैदा हो जांदियां ने अंदर, फिर कहते मन होआ सदा सुखाला। फिर मन कहते सदा ही सौखा हो जाता है, सदा ही सुखाला हो जाता है। ये सतगुरां ने रहाऊ की पंक्ति च गुरु प्यारिओ समझाया है। हुण समुचे शब्द च की समझाउंदे है, आओ गुरु प्यारिओ प्यार ते सत्कार दे नाल सरवण करिए। जिन्ने क वड्डे भागां सदका अज आपां गुरु की गोद च जुड़े बैठे हैं। आओ मनोबिरतियां एकागर कर लईए। गुरु के शब्द च ध्यान जोड़दियां सारी संगत गज के आखो सतनाम श्री वाहिगुरु जी। सतनाम श्री वाहिगुरु साहिब जी। सोरठ महला पंजवा। ਠਾਂਡ ਪਾਈ ਕਰਤਾਰੇ। सोरठ राग का नाम है गुरु प्यारिओ। महला पंजवा धन गुरु अर्जन देव जी महाराज का शब्द है। धन गुरु अर्जन देव जी महाराज पहली पंक्ति च की कहते हैं, कहते ਠਾਂਡ पाई करतारे। करतारे करतारे किनू क्या गुरु प्यारिओ? करतार नू। ते करतार किनू क्या है? परमेश्वर नू। हुण परमेश्वर नू करतार क्यों कहते हैं? क्योंकि वो सारे जग का करता है, सारे जग का करता, सिरजनहार कह लो। वो सारे जग का सिरजनहार है, सारे जग का करता है। ते जिहड़ा सारे जग का करता है ना गुरु प्यारिओ, उहनूं करतार कहंदे। धन गुरु नानक साहब सच्चे पातशाह कोल जदों संगत आउंदी ना गुरु प्यारिओ, सेवा करदी, जिहदे ते धन गुरु नानक देव जी महाराज बाले खुश हुंदे ना। कोई दुध मंगदा, कोई पुत मंगदा, कोई धन मंगदा, कोई तंदुरुस्ती मंगदा, जिहदे ते महाराज बाले खुश हुंदे ना, उहनूं पता की असीस दिंदे हुंदे सी गुरु नानक साहब महाराज। जन्म साखियां च उल्लेख मिलदा है। उहनूं कहंदे सी, जा पुरखा तेरे करतार चित आवे, तेरी चित दे विच परमेश्वर की याद आवे। जिहदे चित दे विच परमेश्वर की याद आ गई तो उहनूं तां फिर किसी चीज़ का घाटा ही नहीं ना रहिंदा। पर उहनूं दिंदे सी महाराज ये असीस, जिहदे ते बहुत खुश हुंदे सी। ते खुश किहदे हुंदे सी? जिहड़ा भावना रखदा सी, विश्वास रखदा सी, जिहड़ा करतार करतार जपदा सी, निरंकार निरंकार जपदा सी, उहनूं फिर कहंदे सी पुरखा तेरे करतार चित रहे, तेरे करतार चित आवे। इत्थे करतारे का मतलब भी करतार है। कहंदे ਠਾਂਡ पाई करतारे। उस करते पुरख ने, उस सृष्टि के सिरजनहार ने ठंड पाती। ठंड पाती कित्थे ठंड पाउंदा है गुरु प्यारिओ? वो मना च ठंड पाउंदा, मना च भी पाउंदा है गुरु प्यारिओ, तना च भी पाउंदा है। ये नहीं कि कल्ले मना च ही ठंड पाउंदा है, वो सब पासे ठंड पाउंदा है। ते जदों कहंदे उस करतार ने ठंड पाती, फिर की होया?
ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲੀ ਪੰਕਤੀ 'ਚ ਦੱਸਦੇ ਨੇ, ਤਾਪ ਛੋੜ ਗਿਆ ਪਰਵਾਰੇ। ਤਾਪ ਛੋੜ ਗਿਆ, ਤਾਪ ਛੋੜ ਗਿਆ। ਕਿਹਨੂੰ ਛੱਡ ਗਿਆ? ਪਰਿਵਾਰੇ, ਪਰਿਵਾਰ ਨੂੰ ਤਾਪ ਛੱਡ ਗਿਆ। ਤਾਪ ਕੀ ਹੁੰਦਾ ਗੁਰੂ ਪਿਆਰਿਓ? ਤਾਪ ਕਹਿੰਦੇ ਆ ਬਿਮਾਰੀ ਨੂੰ, ਤਾਪ ਬਿਮਾਰੀ ਨੂੰ ਕਹਿੰਦੇ ਆ ਤਾਪ। ਆਪਾਂ ਕਹਿੰਦੇ ਮਾਲਵੇ 'ਚ ਖਾਸ ਤੌਰ ਤੇ ਸ਼ਬਦ ਇਸਤੇਮਾਲ ਹੁੰਦਾ ਜਦੋਂ ਬੁਖਾਰ ਚੜ ਜੇ, ਕਹਿੰਦੇ ਤਾਪ ਚੜ ਗਿਆ, ਤਾਪ ਉਤਰ ਗਿਆ। ਜਾਂ ਡਾਕਟਰ ਕੋਲੇ ਜਾ ਕੇ ਕਹਿੰਦੇ ਜੀ ਤਾਪ ਰਹਿੰਦਾ ਹੈ, ਤਾਪ ਚੜਿਆ ਰਹਿੰਦਾ ਹੈ। ਤਾਪ ਦਾ ਅਰਥ ਹੁੰਦਾ ਗੁਰੂ ਪਿਆਰਿਓ ਬਿਮਾਰੀ। ਇਹ ਤਿੰਨ ਤਰ੍ਹਾਂ ਦੇ ਤਾਪ ਹੁੰਦੇ ਨੇ। ਤਾਪ ਜਿਹੜੇ ਆ ਨਾ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦੇ ਆ ਗੁਰੂ ਪਿਆਰਿਓ ਸਰੀਰਕ ਰੋਗ। ਤਾਪ ਦਾ ਮਤਲਬ ਰੋਗ ਮੰਨ ਲਓ, ਰੋਗ ਸਮਝ ਲਓ। ਸਰੀਰਕ ਰੋਗ, ਸਰੀਰਕ ਰੋਗ ਕਿਸੇ ਦਾ ਢਿੱਡ ਦੁਖਦਾ ਹੈ, ਕਿਸੇ ਦਾ ਸਿਰ ਦੁਖਦਾ ਹੈ, ਕਿਸੇ ਦੀ ਲੱਤ ਦੁਖਦੀ ਹੈ, ਕਿਸੇ ਦਾ ਗੁਰੂ ਪਿਆਰਿਓ ਕੁਛ ਦੁਖਦਾ ਹੈ, ਕਿਸੇ ਦਾ ਕੁਛ ਦੁਖਦਾ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ BP ਹੈ। ਇਹ ਹੈ ਸਰੀਰਕ ਤਾਪ। ਇੱਕ ਹੁੰਦੇ ਆ ਗੁਰੂ ਪਿਆਰਿਓ ਮਾਨਸਿਕ ਤਾਪ। ਮਾਨਸਿਕ ਤਾਪ ਕਿਹੜੇ ਹੁੰਦੇ ਆ? ਕੋਈ ਕ੍ਰੋਧ ਦਾ ਮਾਰਿਆ ਹੈ, ਕੋਈ ਈਰਖਾ ਦਾ ਮਾਰਿਆ ਹੈ, ਕਿਸੇ ਨੂੰ ਨਿੰਦਿਆ ਦੀ ਆਦਤ ਹੈ, ਚੁਗਲੀ ਦੀ ਆਦਤ ਹੈ, ਕਿਸੇ ਨੂੰ ਕਾਮ ਗੁਰੂ ਪਿਆਰਿਓ ਚੜਿਆ ਰਹਿੰਦਾ ਹੈ, ਕਿਸੇ ਨੂੰ ਕ੍ਰੋਧ ਚੜਿਆ ਰਹਿੰਦਾ ਹੈ, ਕੋਈ ਲਾਲਚੀ ਹੈ, ਕੋਈ ਹੰਕਾਰੀ ਹੈ। ਇਹ ਮਾਨਸਿਕ ਤਾਪ। ਇੱਕ ਤਾਪ ਹੁੰਦੇ ਗੁਰੂ ਪਿਆਰਿਓ ਆਸ-ਪਾਸ ਦੀਆਂ ਵਿਪਤਾਵਾਂ, ਸਮੱਸਿਆਵਾਂ, ਜਿਵੇਂ ਔਲਾਦ ਨਹੀਂ ਹੈ, ਜਾਂ ਔਲਾਦ ਹੈ ਤੇ ਨਸ਼ਿਆਂ 'ਚ ਪੈ ਗਈ ਹੈ। ਇਹ ਵੀ ਬਿਮਾਰੀ ਹੈ ਨਾ, ਪਰੇਸ਼ਾਨ ਕਰਦੀ ਹੈ। ਖੇਤੀ 'ਚ ਨੁਕਸਾਨ ਹੋ ਗਿਆ, ਦੁਕਾਨ ਨਹੀਂ ਚੱਲਦੀ, ਵਪਾਰ 'ਚ ਘਾਟਾ ਪੈ ਗਿਆ, ਗੁਆਂਢੀ ਨਾਲ ਲੜਾਈ ਹੋ ਗਈ, ਥਾਣੇ ਕਚਹਿਰੀ ਜਾਣਾ ਪਿਆ, ਜ਼ਮੀਨ ਦਾ ਝਗੜਾ ਹੋ ਗਿਆ, ਅਦਾਲਤ 'ਚ ਜਾਣਾ ਪੈ ਗਿਆ, ਵਕੀਲਾਂ ਨੂੰ ਪੈਸੇ ਭਰਨੇ ਪੈ ਗਏ। ਤਾਂ ਇਹ ਤੀਜੇ ਕਿਸਮ ਦੇ ਤਾਪ ਹੁੰਦੇ ਆ। ਤਿੰਨ ਤਾਪ। ਪਰ ਬਾਣੀ ਦੇ ਵਿੱਚ ਗੁਰੂ ਪਿਆਰੇ ਇੱਕ ਸਾਨੂੰ ਬਚਨ ਆਖਿਆ ਸਤਿਗੁਰਾਂ ਨੇ। ਉਹ ਕੀ ਕਹਿੰਦੇ ਨੇ? ਕਹਿੰਦੇ ਤੀਨੇ ਤਾਪ ਨਿਵਾਰਣ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕਉ ਬਿਗਨ ਨ ਕੋਉ ਲਾਗੇ, ਜਾ ਕੀ ਪ੍ਰਭ ਆਗੈ ਅਰਦਾਸ। ਕਹਿੰਦੇ ਜਿਸ ਦੀ ਮਾਲਕ ਦੇ ਅੱਗੇ ਅਰਦਾਸ ਹੋ ਜਾਂਦੀ ਹੈ ਨਾ, ਕਹਿੰਦੇ ਉਹਨੂੰ ਕੋਈ ਵਿਘਨ ਨਹੀਂ ਲੱਗਦਾ। ਕਿਉਂ ਮਹਾਰਾਜ, ਕਿਉਂ ਵਿਘਨ ਨਹੀਂ ਲੱਗਦਾ? ਜਿਹੜਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ, ਕਹਿੰਦੇ ਤੀਨੇ ਤਾਪ ਨਿਵਾਰਣ ਹਾਰਾ, ਕਿਉਂਕਿ ਉਹ ਤਿੰਨੇ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਹੈ, ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲਾ ਹੈ, ਤਿੰਨੇ ਤਾਪਾਂ ਨੂੰ। ਤੇ ਤਿੰਨ ਤਾਪ ਕਿਹੜੇ ਆ? ਇਹ ਆਪਾਂ ਗੁਰੂ ਪਿਆਰਿਓ ਸੁਣਿਆ। ਇਹਨੂੰ ਵਿਦਵਾਨਾਂ ਨੇ ਨਾਂ ਦਿੱਤੇ ਨੇ ਆਦ, ਵਿਆਦ ਤੇ ਉਪਾਦ। ਵਿਦਵਾਨ ਕਹਿੰਦੇ ਆਦ, ਵਿਆਦ ਤੇ ਉਪਾਦ ਇਹ ਤਿੰਨ ਤਰ੍ਹਾਂ ਦੇ ਤਾਪ ਹੈ। ਪਰ ਪ੍ਰਮਾਤਮਾ ਤਿੰਨੇ ਤਰ੍ਹਾਂ ਦੇ ਤਾਪ ਦੂਰ ਕਰ ਦਿੰਦਾ ਗੁਰੂ ਪਿਆਰਿਓ। ਇਹ ਨਹੀਂ ਹੈ ਕਿ ਇਕੱਲੇ ਮਾਨਸਿਕ ਤਾਪ ਹੀ ਦੂਰ ਕਰਦਾ, ਸਰੀਰਕ ਵੀ ਦੂਰ ਕਰ ਦਿੰਦਾ, ਔਰ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਇਹ ਵੀ ਦੂਰ ਕਰ ਦਿੰਦਾ। ਬਸ ਨਿਸ਼ਚਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਗੁਰੂ ਪਿਆਰਿਓ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤਾਪ ਛੋੜ ਗਿਆ ਪਰਿਵਾਰੇ, ਪਰਿਵਾਰ ਨੂੰ ਤਾਪ ਛੱਡ ਗਿਆ। ਇੱਕ ਤਾਂ ਗੁਰੂ ਪਿਆਰਿਓ ਇਨਸਾਨ ਦਾ ਪਰਿਵਾਰ ਹੁੰਦਾ। ਪਰਿਵਾਰ ਦੇ ਵਿੱਚ ਮਾਂ ਹੁੰਦੀ ਹੈ, ਬਾਪ ਹੁੰਦਾ ਹੈ, ਪਤਨੀ ਹੁੰਦੀ ਹੈ, ਪਤੀ ਹੁੰਦਾ ਹੈ, ਭਰਾ ਹੁੰਦੇ ਨੇ, ਭੈਣਾਂ ਹੁੰਦੀਆਂ ਨੇ, ਬੇਟੇ ਹੁੰਦੇ ਨੇ, ਬੇਟੀਆਂ ਹੁੰਦੀਆਂ ਨੇ, ਭਤੀਜੇ ਭਤੀਜੀਆਂ, ਭਾਣਜੇ ਭਾਣਜੀਆਂ ਹੁੰਦੀਆਂ ਨੇ। ਇਹ ਪਰਿਵਾਰ ਹੈ। ਇੱਕ ਬੰਦੇ ਦਾ ਹੋਰ ਪਰਿਵਾਰ ਵੀ ਹੈ ਗੁਰੂ ਪਿਆਰਿਓ। ਉਹ ਪਰਿਵਾਰ ਕਿਹੜਾ ਹੈ? ਉਹ ਬੰਦੇ ਦੇ ਅੰਦਰ ਹੁੰਦਾ ਹੈ। ਬੰਦੇ ਦੇ ਅੰਦਰ ਕਿਹੜਾ ਪਰਿਵਾਰ ਹੈ? ਬੰਦੇ ਦੇ ਅੰਦਰ ਗੁਰੂ ਪਿਆਰਿਓ ਜਿਹੜੇ ਬੰਦੇ ਦੇ ਇੰਦਰੇ ਨੇ, ਗਿਆਨ ਇੰਦਰੇ, ਕਰਮ ਇੰਦਰੇ, ਇਹ ਵੀ ਬੰਦੇ ਦਾ ਪਰਿਵਾਰ ਹੈ ਗੁਰੂ ਪਿਆਰਿਓ। ਅੱਖਾਂ, ਨੱਕ, ਜੀਭ, ਤੁਚਾ, ਇਹ ਪਰਿਵਾਰ ਹੈ ਬੰਦੇ ਦਾ। ਤੇ ਜਦੋਂ ਤਾਪ ਚੜਦਾ ਨਾ ਗੁਰੂ ਪਿਆਰਿਓ, ਉਦੋਂ ਇਹ ਇੰਦਰੇ, ਇਹ ਪਰਿਵਾਰ ਵੀ ਰੋਗੀ ਹੋ ਜਾਂਦਾ। ਹੁਣ ਦੇਖੋ ਗੁਰੂ ਪਿਆਰਿਓ, ਜੇ ਪਰਿਵਾਰ ਚੋਂ ਇੱਕ ਬੰਦੇ ਨੂੰ ਮੁਸੀਬਤ ਆ ਜੇ ਤੇ ਸਾਰਾ ਹੀ ਪਰਿਵਾਰ ਦੁਖੀ ਹੁੰਦਾ ਨਾ, ਸਾਰਾ ਹੀ ਪਰਿਵਾਰ ਦੁਖੀ ਹੋ ਜਾਂਦਾ। ਜੇ ਬੰਦਾ ਘਰ ਦਾ ਮੁਖੀ ਕਰਜ਼ੇ 'ਚ ਡੁੱਬਿਆ ਹੈ ਤੇ ਪਰਿਵਾਰ ਦੇ ਜੀਅ ਵੀ ਤਾਂ ਚਿੰਤਾ ਕਰਦੇ ਆ ਨਾ ਗੁਰੂ ਪਿਆਰਿਓ। ਪਤਨੀ ਚਿੰਤਾ ਕਰਦੀ ਹੈ, ਬੇਟੇ ਚਿੰਤਾ ਕਰਦੇ ਨੇ, ਧੀਆਂ ਚਿੰਤਾ ਕਰਦੀਆਂ। ਕੋਈ ਲੜਾਈ ਝਗੜਾ ਹੋ ਗਿਆ ਤਾਂ ਸਾਰੇ ਪਰਿਵਾਰ ਨੂੰ ਵਕਤ ਪੈ ਜਾਂਦਾ। ਤਾਂ ਉਵੇਂ ਗੁਰੂ ਪਿਆਰਿਓ ਜਦੋਂ ਬੰਦੇ ਦੇ ਅੰਦਰ ਬਿਮਾਰੀ ਆਉਂਦੀ ਹੈ ਨਾ, ਚਾਹੇ ਕਾਮ ਆ ਜੇ, ਕ੍ਰੋਧ ਆ ਜੇ, ਲੋਭ ਆ ਜੇ, ਮੋਹ ਆ ਜੇ, ਹੰਕਾਰ ਆ ਜੇ, ਉਦੋਂ ਇਹ ਇੰਦਰੇ ਵੀ ਬਿਮਾਰ ਹੋ ਜਾਂਦੇ ਆ, ਇੰਦਰੇ ਵੀ ਗੁਰੂ ਪਿਆਰਿਓ ਔਖੇ ਹੋ ਜਾਂਦੇ ਆ। ਪਰ ਕਹਿੰਦੇ ਜਦੋਂ ਗੁਰੂ ਪਿਆਰਿਓ ਵਾਹਿਗੁਰੂ ਠੰਡ ਪਾ ਦਿੰਦਾ ਹੈ, ਕਹਿੰਦੇ ਉਹ ਪਰਿਵਾਰ ਨੂੰ ਛੱਡ ਕੇ ਇਹ ਤਾਪ ਨਿਕਲ ਜਾਂਦੇ ਆ।
ਤਾਪ ਜਿਹੜਾ ਹੈ ਉਹ ਪਰਿਵਾਰ ਨੂੰ ਛੱਡ ਕੇ ਨਿਕਲ ਜਾਂਦਾ ਹੈ। ਕਹਿੰਦੇ ਤਾਪ ਛੋੜ ਗਿਆ ਪਰਿਵਾਰੇ, ਇਹ ਪਾਤਸ਼ਾਹ ਜੀ ਗੁਰ ਪਿਆਰਿਓ ਦੱਸਦੇ ਨੇ। ਗੁਰ ਪੂਰੈ ਹੈ ਰਾਖੀ, ਗੁਰ ਪੂਰੈ ਹੈ ਰਾਖੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਸਾਡੀ ਤਾਂ ਪੂਰੇ ਗੁਰੂ ਨੇ ਰੱਖ ਲਈ, ਪੂਰੇ ਗੁਰੂ ਨੇ ਰੱਖ ਲਈ। ਕੀ ਰੱਖ ਲਈ ਗੁਰੂ ਪਿਆਰਿਓ? ਇੱਜ਼ਤ ਪੱਤ ਬਿਮਾਰੀਆਂ ਤੋਂ ਸਾਰੇ ਕਾਸੇ ਤੋਂ ਕਹਿੰਦੇ ਪੂਰੇ ਗੁਰੂ ਨੇ ਰੱਖ ਲਿਆ। ਇੱਥੇ ਦੇਖੋ ਗੁਰੂ ਦੇ ਨਾਲ ਪੂਰਾ ਸ਼ਬਦ ਲਾਇਆ, ਪੂਰਾ, ਅਧੂਰਾ ਨਹੀਂ ਰੱਖ ਸਕਦਾ ਗੁਰੂ ਪਿਆਰਿਓ। ਅੱਜ ਰੌਲਾ ਜਿਹਾ ਪਾਈ ਜਾਂਦੇ ਹਨ ਪੰਜਾਬ ਦੇ ਪਿੰਡਾਂ ਕਸਬਿਆਂ ਦੇ ਵਿੱਚ, ਕੋਈ ਦੁੱਖ ਹੈ, ਸਿਰ ਦੁਖਦਾ ਹੈ, ਆਜੋ ਸਾਡੇ ਕੋਲੇ ਮੰਤਰ ਦੇਵਾਂਗੇ, ਤੁਹਾਡਾ ਸਿਰ ਹਟ ਜਾਊਗਾ। ਤੁਹਾਨੂੰ ਕੈਂਸਰ ਦੀ ਬਿਮਾਰੀ ਹੈ, ਆਜੋ ਸਾਡੇ ਕੋਲੇ ਤੁਹਾਨੂੰ ਮੰਤਰ ਦੇਵਾਂਗੇ, ਤੁਹਾਡਾ ਕੈਂਸਰ ਦੂਰ ਹੋ ਜਾਊਗਾ। ਇੱਕ ਗੱਲ ਗੁਰੂ ਪਿਆਰਿਓ ਚੇਤੇ ਰੱਖਣੀ ਹੈ, ਇਹ ਨਹੀਂ ਕਿ ਦੂਰ ਨਹੀਂ ਹੁੰਦੇ, ਹੁੰਦੇ ਆ ਦੂਰ, ਪਰ ਕੋਈ ਨਕਲੀ ਪਖੰਡੀ ਹਾਰੀ ਸਾਰੀ ਦੂਰ ਨਹੀਂ ਕਰਦਾ ਗੁਰੂ ਪਿਆਰਿਓ। ਪੂਰਾ ਗੁਰੂ ਦੂਰ ਕਰਨ ਦੀ ਸਮਰੱਥਾ ਰੱਖਦਾ, ਪੂਰਾ ਗੁਰੂ, ਉਹ ਪੂਰਾ ਗੁਰੂ ਜਿਹੜਾ ਅਕਾਲ ਪੁਰਖ ਦਾ ਰੂਪ ਹੈ, ਅਕਾਲ ਪੁਰਖ ਦਾ ਰੂਪ। ਤੇ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਪੂਰਾ ਗੁਰੂ ਜੇ ਕੋਈ ਹੈ ਗੁਰੂ ਪਿਆਰਿਓ ਤੇ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਬਾਣੀ ਹੈ, ਬਾਣੀ ਸ਼ਬਦ, ਹੋਰ ਨਹੀਂ ਕੋਈ ਗੁਰੂ ਪਿਆਰਿਓ। ਇਸ ਕਰਕੇ ਕਈ ਗੈਰ ਸਿੱਖ ਵੀ ਕਹਿੰਦੇ ਕਿ ਜੇ ਦੁਨੀਆ ਦੇ ਵਿੱਚ ਅਮਨ ਚੈਨ, ਕੋਈ ਫਲਸਫਾ, ਕੋਈ ਵਿਚਾਰਧਾਰਾ ਵਰਤਾ ਸਕਦੀ ਹੈ ਤੇ ਉਹ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸਮੋਈ ਹੋਈ ਹੈ। ਹੋਰ ਨਹੀਂ ਕਿਤੋਂ ਗੁਰੂ ਪਿਆਰਿਓ ਦੂਰ ਹੋ ਸਕਦੇ। ਐਵੇਂ ਭੁਲੇਖਾ ਹੈ, ਤੁਰੇ ਫਿਰਦੇ ਭੁਲੇਖਾ ਹੈ ਗੁਰੂ ਪਿਆਰਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰ ਪੂਰਾ ਹੈ ਰਾਖੀ, ਪੂਰੇ ਗੁਰੂ ਨੇ ਰੱਖੀ ਹੈ। ਕਹਿੰਦੇ ਜਦੋਂ ਵੀ ਕਿਸੇ ਦੀ ਰੱਖੀ ਹੈ ਪੂਰਾ ਗੁਰੂ ਹੀ ਰੱਖਦਾ ਗੁਰੂ ਪਿਆਰਿਓ, ਅਧੂਰਾ ਕੱਚਾ ਪਿੱਲਾ ਨਹੀਂ ਰੱਖਦਾ ਹੈ। ਕੱਚਾ ਪਿੱਲਾ, ਕੱਚੇ ਪਿੱਲਿਆਂ ਦੀ ਤਾਂ ਆਪਦੀ ਨਹੀਂ ਰਹਿੰਦੀ ਗੁਰੂ ਪਿਆਰਿਓ, ਉਹ ਹੋਰ ਕਿਸੇ ਦੀ ਕੀ ਰੱਖੋ, ਹੋਰ ਕਿਸੇ ਦੀ ਕੀ ਰੱਖੋ। ਹੁਣ ਦੇਖੋ ਗੁਰੂ ਪਿਆਰਿਓ, ਬੰਦਾ ਜਿਹੜਾ ਹੈ ਨਾ, ਬੰਦਾ ਦਰਿਆ 'ਚ ਡੁੱਬਦਾ ਹੋਵੇ, ਜੇ ਤਾਰੂ ਹੋਵੇ ਉਹ ਆਪ ਤਰ ਸਕਦਾ, ਆਪ ਤਰ ਸਕਦਾ ਗੁਰੂ ਪਿਆਰਿਓ, ਦਰਿਆ ਪਾਰ ਕਰ ਸਕਦਾ। ਤੇ ਜੇ ਉਹ ਦਰਿਆ ਦੇ ਕੰਢੇ ਤੇ ਤਰ ਕੇ ਨਾ ਤੇ ਉੱਥੇ ਗਾਂਹ ਜਾ ਕੇ ਹਿੱਕ ਠੋਕ ਕੇ ਦਾਵਾ ਕਰੇ ਕਿ ਮੈਂ 10 ਬੰਦੇ ਮੈਨੂੰ ਫੜ ਲੈਣ, ਮੈਂ 10 ਨੂੰ ਤਾਰ ਲੂੰਗਾ, ਨਹੀਂ ਤਾਰ ਸਕਦਾ, ਉਹ ਡੁੱਬ ਜੂ, 10 ਵੀ ਡੁੱਬੂਗਾ, ਆਪ ਵੀ ਡੁੱਬੂਗਾ, ਕਿਉਂਕਿ ਉਹਦੇ 'ਚ ਸਮਰੱਥਾ ਤਾਂ ਹੈਗੀ ਹੈ, ਪਰ ਕੱਲੀ ਆਪ ਤਰਨ ਦੀ ਸਮਰੱਥਾ ਹੈ, ਕਿਸੇ ਨੂੰ ਹੋਰ ਤਾਰਨ ਦੀ ਸਮਰੱਥਾ ਨਹੀਂ ਹੈ। ਜੇ ਉਹ ਆਖੇ ਨਾ 10 ਬੰਦਿਆਂ ਨੂੰ ਮੇਰੀਆਂ ਬਾਹਾਂ ਫੜ ਲਓ, ਮੇਰੀਆਂ ਲੱਤਾਂ ਫੜ ਲਓ, ਮੈਂ ਤਰਨਾ ਜਾਣਦਾ, ਮੈਂ ਦਰਿਆ 'ਚ ਉਤਰਦਾ ਤੇ ਮੈਂ ਤੁਹਾਨੂੰ ਵੀ ਦਰਿਆ ਦੇ ਪਾਰਲੇ ਪਾਸੇ ਲੈ ਜਾਊਂਗਾ, ਨਹੀਂ ਲਿਜਾ ਸਕਦਾ ਗੁਰੂ ਪਿਆਰਿਓ। ਛੋਟਾ ਜਿਹਾ ਡੰਡਾ ਦਰਿਆ 'ਚ ਸਿੱਟ ਦਈਏ ਨਾ, ਉਹ ਤਰਿਆ ਜਾਂਦਾ ਹੁੰਦਾ, ਪਰ ਜੇ ਡੰਡਾ ਆਖੇ ਨਾ ਵੀ ਕਿਸੇ ਨੇ ਬਚਣਾ ਹੈ ਤੇ ਮੈਨੂੰ ਫੜ ਲਓ ਤੇ ਮੈਂ ਕਹਿੰਦੇ ਬਚਾ ਲੂੰਗਾ, ਡੰਡਾ ਗੁਰੂ ਪਿਆਰਿਓ ਕਿਸੇ ਨੂੰ ਨਹੀਂ ਬਚਾ ਸਕਦਾ, ਕਿਉਂਕਿ ਉਸ ਡੰਡੇ ਦੇ ਵਿੱਚ ਆਪ ਤਰਨ ਦੀ ਤਾਕਤ ਤਾਂ ਹੈਗੀ ਹੈ, ਪਰ ਕਿਸੇ ਨੂੰ ਤਾਰਨ ਦੀ ਸਮਰੱਥਾ ਜਿਹੜੀ ਹੈ ਉਹ ਡੰਡੇ 'ਚ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਆ ਦੁਨੀਆ ਦੇ ਵਿੱਚ ਜਿਹੜੇ ਤੁਰੇ ਫਿਰਦੇ ਆ ਨਾ, ਇਹਨਾਂ 'ਚ ਸਮਰੱਥਾ ਤਾਂ ਹੋਏਗੀ, ਮੰਨ ਲੈਂਦੇ ਆ, ਪਰ ਸੀਮਤ ਸਮਰੱਥਾ ਹੈ। ਜੇ ਗੁਰੂ ਪਿਆਰਿਓ ਪੂਰਾਂ ਦੇ ਪੂਰ ਪਾਰ ਲੰਘਾ ਸਕਦਾ ਹੈ ਤੇ ਉਹ ਗੁਰੂ ਨਾਨਕ ਸਾਹਿਬ ਦਾ ਜਹਾਜ਼ ਲੰਘਾ ਸਕਦਾ ਹੈ, ਹੋਰ ਨਹੀਂ ਕੋਈ ਲੰਘਾ ਸਕਦਾ। ਗੁਰੂ ਨਾਨਕ ਸਾਹਿਬ ਦਾ ਜਹਾਜ਼, ਪੁਰਾਣੇ ਬਜ਼ੁਰਗ ਪੜ੍ਹਦੇ ਹੁੰਦੇ ਸੀ ਨਾ, ਨਾਨਕ ਨਾਮ ਜਹਾਜ਼ ਹੈ, ਚੜ੍ਹੈ ਸੋ ਉਤਰੈ ਪਾਰ। ਤਾਂ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਗੁਰ ਪੂਰਾ ਹੈ ਰਾਖੀ, ਪੂਰੇ ਗੁਰੂ ਨੇ ਰੱਖ ਲਈ ਹੈ। ਸ਼ਰਨ ਸੱਚੇ ਕੀ ਤਾਕੀ, ਸ਼ਰਨ ਸੱਚੇ ਕੀ ਤਾਕੀ, ਇਹ ਸ਼ਬਦ ਗੁਰੂ ਪਿਆਰਿਓ ਤਾਕੀ, ਇਹਨੂੰ ਜੇ ਅਲੱਗ-ਅਲੱਗ ਪੜਾਂਗੇ ਨਾ ਗੁਰੂ ਪਿਆਰਿਓ ਫਿਰ ਅਰਥ ਗਲਤ ਹੋ ਜਾਣਗੇ। ਜੇ ਆਪਾਂ ਪੜਾਂਗੇ ਨਾ ਤਾਕੀ, ਫਿਰ ਹੋ ਜਾਊਗਾ ਤਿਸ ਦੀ, ਪਰ ਇਹ ਹੈ ਤਾਕੀ। ਤਾਕੀ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਤੱਕੀ। ਇੱਕ ਤਾਕੀ ਅਸੀਂ ਗੁਰੂ ਪਿਆਰਿਓ ਬਾਰੀ ਨੂੰ ਵੀ ਕਹਿ ਦਿੰਦੇ ਹਾਂ, ਵਿੰਡੋ ਨੂੰ ਵੀ ਕਹਿ ਦਿੰਦੇ ਹਾਂ, ਤਾਕੀ। ਖਾਸ ਤੌਰ ਤੇ ਮਾਲਵੇ ਦੇ ਵਿੱਚ ਸ਼ਬਦ ਤਾਕੀ ਇਸਤੇਮਾਲ ਕੀਤਾ ਜਾਂਦਾ ਹੈ ਵਿੰਡੋ ਵਾਸਤੇ, ਬਾਰੀ ਵਾਸਤੇ, ਤਾਕੀ ਖੋਲ ਦਿਓ। ਪਰ ਇੱਥੇ ਤਾਕੀ ਦਾ ਅਰਥ ਹੈ ਤੱਕੀ। ਜਿਵੇਂ ਅਸੀਂ ਕਹਿੰਦੇ ਮੈਂ ਤਾਂ ਭਾਈ ਤੇਰਾ ਹੀ ਆਸਰਾ ਤੱਕਿਆ, ਮੈਂ ਤਾਂ ਤੇਰੀ ਓਟ ਤੱਕੀ ਹੈ, ਇਹ ਉਹ ਸ਼ਬਦ ਹੈ ਗੁਰੂ ਪਿਆਰਿਓ ਤਾਕੀ। ਤਾਕੀ ਦਾ ਮਤਲਬ ਤੱਕੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ਼ਰਨ ਸੱਚੇ ਕੀ ਤਾਕੀ, ਅਸੀਂ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕੀ ਹੈ, ਸੱਚੇ ਅਕਾਲ ਪੁਰਖ ਦੀ ਸ਼ਰਨ। ਤੇ ਜਿਹੜੇ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕਦੇ ਆ ਨਾ ਗੁਰੂ ਪਿਆਰਿਓ,
ਉਹਨਾਂ ਨੂੰ ਫਿਰ ਡੁੱਬਣਾ ਨਹੀਂ ਪੈਂਦਾ ਹੈ, ਉਹ ਨਿਸ਼ਚੈ ਤਰਦੇ ਹੀ ਤਰਦੇ ਨੇ ਗੁਰੂ ਪਿਆਰਿਓ। ਡੁੱਬਦੇ ਉਹ ਨੇ ਜਿਹੜੇ ਸ਼ਰਨ ਤਾਂ ਤੱਕਦੇ ਐ ਪਰ ਕੱਚਿਆਂ ਦੀ ਤੱਕ ਲੈਂਦੇ ਐ, ਪਿੱਲਿਆਂ ਦੀ ਤੱਕ ਲੈਂਦੇ, ਕੱਚਿਆਂ ਪਿੱਲਿਆਂ ਦੀ ਤੱਕ ਲੈਂਦੇ, ਕੱਚਿਆਂ ਪਿੱਲਿਆਂ ਦੀ। ਅਸੀਂ ਕਿੱਸਾ ਪੜ੍ਹਦੇ ਆ ਨਾ ਗੁਰੂ ਪਿਆਰਿਓ, ਕਹਿੰਦੇ ਘੜੇ ਦੇ ਉੱਤੇ ਉਹ ਲੜਕੀ ਜਿਹੜੀ ਸੀ ਸੋਹਣੀ, ਕਹਿੰਦੇ ਉਹ ਜਦੋਂ ਦਰਿਆ ਪਾਰ ਕਰਨ ਲੱਗੀ ਤੇ ਡੁੱਬ ਗਈ। ਕਿਉਂ? ਕਿਉਂਕਿ ਜਿਹੜੇ ਘੜੇ ਦੇ ਆਸਰੇ ਉਹ ਦਰਿਆ ਪਾਰ ਕਰਨ ਲੱਗੀ ਸੀ ਉਹ ਘੜਾ ਕੱਚਾ ਸੀ। ਕੱਚਾ ਘੜਾ ਜਿਵੇਂ ਦਰਿਆ ਨਹੀਂ ਨਾ ਪਾਰ ਕਰਾ ਸਕਦਾ, ਐਵੇਂ ਕੱਚਾ ਗੁਰੂ ਜਗਤ ਪਾਰ ਨਹੀਂ ਕਰਾ ਸਕਦਾ। ਇਹ ਚੇਤੇ ਰੱਖਣਾ ਹੈ ਗੁਰੂ ਪਿਆਰਿਓ। ਜਿਵੇਂ ਕੱਚਾ ਘੜਾ ਜਗਤ ਦਰਿਆ ਨਹੀਂ ਨਾ ਪਾਰ ਕਰਾ ਸਕਿਆ ਜਾਂ ਸਕਦਾ ਹੈ, ਉਵੇਂ ਕੱਚਾ ਗੁਰੂ ਕਦੇ ਸੰਸਾਰ ਪਾਰ ਨਹੀਂ ਕਰਾ ਸਕਦਾ। ਵਿਚਾਲੇ ਤਾਂ ਲੈ ਜਾਊਗਾ, ਵਿਚਾਲੇ ਤਾਂ ਲੈ ਜਾਊ ਗੁਰੂ ਪਿਆਰਿਓ, ਪਰ ਡੋਬ ਦੂਗਾ ਵਿਚਾਲੇ ਲਿਜਾ ਕੇ, ਪਾਰ ਨਹੀਂ ਲੰਘਾ ਸਕਦਾ। ਕੱਚੇ 'ਚ ਇੰਨੀ ਕੁ ਸਮਰੱਥਾ ਤਾਂ ਹੈਗੀ ਹੈ ਵੀ ਜਿਹੜਾ ਕੱਚੇ ਦਾ ਆਸਰਾ ਲੈ ਲੂ ਦਰਿਆ ਦੇ ਵਿਚਾਲੇ ਜੇ ਲੈ ਜੂ, ਪਰ ਉਦੋਂ ਬਾਅਦ ਜਾ ਕੇ ਦਰਿਆ ਦੀਆਂ ਛੱਲਾਂ ਜਿਹੜੀਆਂ ਨੇ ਇੰਨੀਆਂ ਵੱਡੀਆਂ ਹੋ ਜਾਂਦੀਆਂ, ਉਹ ਆਪ ਹੀ ਖਰ ਜਾਂਦਾ, ਤੇ ਜਿਹੜਾ ਆਸਰਾ ਤੱਕਿਆ ਹੁੰਦਾ ਜਿਹਨੇ, ਉਹਨੇ ਤਾਂ ਡੁੱਬਣਾ ਹੀ ਡੁੱਬਣਾ ਹੁੰਦਾ। ਇਸ ਕਰਕੇ ਗੁਰੂ ਪਿਆਰਿਓ, ਕੱਚਿਆਂ ਦਾ ਆਸਰਾ ਤੱਕਣਾ ਜਿਹੜਾ ਹੈ ਉਹ ਬੰਦ ਕਰਕੇ ਸਾਨੂੰ ਸਮਰੱਥ ਗੁਰੂ ਦਾ ਆਸਰਾ ਤੱਕਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸ਼ਰਨ ਸੱਚੇ ਕੀ ਤਾਕੀ। ਅਸੀਂ ਭਾਈ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕੀ ਹੈ। ਪਰਮੇਸ਼ਰ ਆਪ ਹੁਆ ਰਖਵਾਲਾ। ਉਹੀ ਰਹਾਉ ਦੀ ਪੰਕਤੀ ਜੀ ਦੀ ਵਿਚਾਰ ਸੁਣੀ ਹੈ। ਪਰਮੇਸ਼ਰ ਆਪ ਹੁਆ ਰਖਵਾਲਾ, ਜਿਹਦਾ ਉਹ ਮਾਲਕ ਵਾਹਿਗੁਰੂ ਆਪ ਰਖਵਾਲਾ ਹੁੰਦਾ ਹੈ। ਸਾਤ ਸਹਿਜ ਸੁਖ ਖਿਨ ਮਹਿ ਉਪਜੇ, ਮਨ ਹੋਆ ਸਦਾ ਸੁਖਾਲਾ। ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ, ਉਹਦੇ ਅੰਦਰ ਇੱਕ ਖਿਨ ਦੇ ਵਿੱਚ ਸ਼ਾਂਤੀ, ਸਹਿਜ ਤੇ ਸੁਖ ਪੈਦਾ ਹੋ ਜਾਂਦਾ ਹੈ। ਮਨ ਹੋਆ ਸਦਾ ਸੁਖਾਲਾ, ਮਨ ਸਦਾ ਹੀ ਸੁਖਾਲਾ ਹੋ ਜਾਂਦਾ ਹੈ, ਸੌਖਾ ਹੋ ਜਾਂਦਾ ਹੈ। ਰਹਾਉ ਹਰ ਹਰ ਨਾਮ ਦਿਓ ਦਾਰੂ। ਅੱਛਾ, ਇੱਕ ਮਨ 'ਚ ਸਵਾਲ ਪੈਦਾ ਹੁੰਦਾ ਉਹ ਕਿ ਜਦੋਂ ਗੁਰੂ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਤੂੰ ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਤੇ ਸਾਡੇ ਤਾਪ ਦੂਰ ਕਰ, ਫਿਰ ਗੁਰੂ ਕੋਈ ਦਵਾਈ ਦਿੰਦਾ? ਦਵਾਈ ਦਿੰਦਾ? ਕੋਈ ਬੂਟੀ ਦਿੰਦਾ? ਦਿੰਦਾ ਹੈ ਗੁਰੂ। ਕਾਹਦੀ ਦਵਾਈ ਦਿੰਦਾ? ਕਹਿੰਦੇ ਹਰ ਹਰ ਨਾਮ ਦਿਓ ਦਾਰੂ। ਨਾਮ ਦੀ ਦਾਰੂ ਦਿੰਦਾ, ਨਾਮ ਦੀ ਦਾਰੂ। ਦਾਰੂ ਦਾ ਅਰਥ ਹੁੰਦਾ ਗੁਰੂ ਪਿਆਰਿਓ ਦਵਾਈ। ਕਹਿੰਦੇ ਨਾਮ ਦੀ ਦਾਰੂ ਦਿੰਦਾ ਗੁਰੂ। ਤੇ ਜਿਵੇਂ ਵੈਦ ਹੁੰਦਾ ਨਾ, ਵੈਦ ਗੁਰੂ ਪਿਆਰਿਓ, ਜਦੋਂ ਉਹਦੇ ਕੋਲੇ ਡਾਕਟਰ ਕੋਲੇ ਜਦੋਂ ਕੋਈ ਬਿਮਾਰ ਜਾਂਦਾ ਤੇ ਡਾਕਟਰ ਦੋ ਚੀਜ਼ਾਂ ਕਰਦਾ ਗੁਰੂ ਪਿਆਰਿਓ। ਇੱਕ ਤਾਂ ਉਹ ਦਾਰੂ ਦਿੰਦਾ, ਦਵਾਈ ਦਿੰਦਾ, ਦੂਜਾ ਉਹ ਪਰਹੇਜ ਦੱਸਦਾ। ਦੋਵੇਂ ਚੀਜ਼ਾਂ। ਜੇ ਬੰਦਾ ਦਵਾਈ ਖਾਈ ਜਾਵੇ, ਪਰਹੇਜ ਨਾ ਰੱਖੇ ਗੁਰੂ ਪਿਆਰਿਓ, ਤਾਂ ਵੀ ਠੀਕ ਨਹੀਂ ਹੁੰਦਾ। ਕਈ ਵਾਰੀ ਅਸੀਂ ਦਵਾਈ ਲੈ ਲੈਂਦੇ ਹਾਂ, ਪਰਹੇਜ ਕਰਦੇ ਨਹੀਂ, ਫਿਰ ਠੀਕ ਨਹੀਂ ਹੁੰਦੇ ਗੁਰੂ ਪਿਆਰਿਓ। ਤੇ ਦੋਸ਼ ਅਸੀਂ ਡਾਕਟਰ ਨੂੰ ਦੇਈ ਜਾਂਦੇ ਹਾਂ ਵੀ ਡਾਕਟਰ ਚੰਗਾ ਨਹੀਂ ਸੀ, ਉਹਨੇ ਦਵਾਈ ਨਹੀਂ ਚੰਗੀ ਦਿੱਤੀ, ਮੇਰਾ ਫਰਕ ਨਹੀਂ ਪਿਆ। ਇਹ ਨਹੀਂ ਦੱਸਦਾ ਵੀ ਮੈਂ ਪਰਹੇਜ ਤਾਂ ਰੱਖਿਆ ਹੀ ਨਹੀਂ, ਮੈਂ ਪਰਹੇਜ ਤਾਂ ਰੱਖਿਆ ਹੀ ਨਹੀਂ। ਬਾਣੀ ਪੜ੍ਹਨੀ ਹੈ, ਨਾਮ ਜਪਣਾ, ਨਾਲ ਨਾਲ ਪਰਹੇਜ ਵੀ ਕਰਨਾ ਗੁਰੂ ਪਿਆਰਿਓ। ਇਹ ਨਹੀਂ ਹੈ ਕਿ ਬਾਣੀ ਪੜ੍ਹ ਲਈ, ਨਾਮ ਵੀ ਜਪ ਲਿਆ, ਤੇ ਜਦੋਂ ਗੁਰੂ ਪਿਆਰਿਓ ਮਾੜਾ ਜਿਹਾ ਕੋਈ ਹੋਇਆ ਤੇ ਗਲ ਪੈ ਗਿਆ, ਕਿਸੇ ਦੇ ਕ੍ਰੋਧ ਆ ਗਿਆ ਤੇ ਗਲ ਫੜ ਲਿਆ, ਤੂੰ ਮੈਨੂੰ ਆਹ ਗੱਲ ਕਿਵੇਂ ਕਹਿਤੀ ਓਏ। ਇਹ ਨਹੀਂ ਗੁਰੂ ਪਿਆਰਿਓ। ਨਾਲ ਪਰਹੇਜ ਵੀ ਰੱਖਣਾ, ਠੰਡਾ ਰਹਿਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਨਾਮ ਦੀ ਦਵਾਈ ਦਿੰਦਾ, ਨਾਮ ਦੀ ਦਵਾਈ। ਇੱਕ ਗੱਲ ਗੁਰੂ ਪਿਆਰਿਓ ਹੋਰ, ਕ੍ਰੋਧ ਹੋਰ ਚੀਜ਼ ਹੈ, ਵੀਰ ਰਸ ਹੋਰ ਚੀਜ਼ ਹੈ। ਵੀਰ ਰਸ ਜਿਹੜਾ ਉਹ ਗੁਣ ਹੈ, ਤੇ ਕ੍ਰੋਧ ਜਿਹੜਾ ਇਹ ਬਿਮਾਰੀ ਹੈ। ਸਿੱਖ ਨੇ ਵੀਰ ਰਸ ਦਾ ਧਾਰਨਾ, ਪਰ ਕ੍ਰੋਧ ਨਹੀਂ ਕਰਨਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਜਿਹੜਾ ਹੈ ਉਹਨੇ ਨਾਮ ਦੀ ਦਾਰੂ ਦੇ ਦਿੱਤੀ ਹੈ। ਤਿਨ ਸਗਲਾ ਰੋਗ ਬਿਦਾਰੂ। ਤੇ ਨਾਮ ਦੀ ਉਸ ਦਵਾਈ ਨੇ ਕਹਿੰਦੇ ਤਿੰਨ ਸਗਲਾ ਰੋਗ ਬਿਦਾਰੂ, ਕਹਿੰਦੇ ਉਹਨੇ ਸਾਰਾ ਹੀ ਰੋਗ ਬਿਦਾਰ ਦਿੱਤਾ ਹੈ, ਸਾਰਾ ਹੀ ਰੋਗ ਠੀਕ ਕਰ ਦਿੱਤਾ ਹੈ। ਆਪਣੀ ਕਿਰਪਾ ਧਾਰੀ। ਆਪਣੀ ਕਿਰਪਾ ਧਾਰੀ, ਗੁਰੂ ਨੇ, ਵਾਹਿਗੁਰੂ ਨੇ ਆਪਣੀ ਕਿਰਪਾ ਕਰਤੀ, ਆਪਣੀ ਕਿਰਪਾ ਧਾਰ ਲਈ, ਆਪਣੀ ਬਖਸ਼ਿਸ਼ ਕਰ ਦਿੱਤੇ। ਤਿਨ ਸਗਲੀ ਬਾਤ ਸਵਾਰੀ। ਤਿੰਨ ਸਗਲੀ ਬਾਤ ਸਵਾਰੀ, ਗੁਰੂ ਨੇ ਆਪਦੀ ਸਾਰੀ ਗੱਲ ਸਵਾਰ ਲਈ। ਭਾਵ ਜਿਹੜੀ ਗੱਲ ਗੁਰੂ ਕਹਿੰਦਾ ਉਹ ਪੂਰੀ ਕਰਕੇ ਦਿਖਾਤੀ। ਗੁਰੂ ਜਿਹੜੀ ਗੱਲ ਕਹਿੰਦਾ ਉਹ ਪੂਰੀ ਕਰਕੇ ਦਿਖਾਤੀ। ਗੁਰੂ ਕਹਿੰਦਾ ਪਰਮੇਸ਼ਵਰ ਆਪ ਰਖਵਾਲਾ ਹੁੰਦਾ। ਜਦੋਂ ਕੋਈ ਅਰਦਾਸ ਕਰਦਾ ਨਿਸ਼ਚੇ ਨਾਲ, ਤੇ ਜਦੋਂ ਅਰਦਾਸ ਕੀਤੀ ਨਿਸ਼ਚੇ ਨਾਲ, ਤੇ ਕਹਿੰਦੇ ਫਿਰ ਉਹ ਕਲਾ ਵਰਤ ਗਈ, ਦੁੱਖ ਰੋਗ ਸਾਰੇ ਚਲੇ ਗਏ।
ਇਹ ਕਹਿੰਦੇ ਉਹਨੇ ਆਪਣੀ ਗੱਲ ਜਿਹੜੀ ਸੀ ਸਵਾਰ ਲਈ। ਤਿੰਨ ਸਗਲੀ ਬਾਤ ਸਵਾਰੀ, ਸਾਰੀ ਆਪਣੀ ਬਾਤ ਸਵਾਰ ਲਏ। ਪ੍ਰਭ ਆਪਣਾ ਬਿਰਦ ਸੰਭਾਰਿਆ, ਪ੍ਰਭ ਆਪਣਾ ਬਿਰਦ ਸੰਭਾਰਿਆ। ਪ੍ਰਭੂ ਨੇ ਆਪਣਾ ਬਿਰਦ, ਬਿਰਦ ਕੀ ਹੁੰਦਾ ਗੁਰੂ ਪਿਆਰਿਓ? ਇੱਕ ਸ਼ਬਦ ਹੈ ਬਿਰਦ, ਇੱਕ ਸ਼ਬਦ ਹੈ ਬਿਰਦ। ਆਪਾਂ ਕਹਿੰਦੇ ਬਿਰਦ ਬਾਣੀ ਕੀ ਲਾਜ। ਬਿਰਦ ਦਾ ਅਰਥ ਹੁੰਦਾ ਗੁਰੂ ਪਿਆਰਿਓ ਬਜ਼ੁਰਗ, ਤੇ ਬਿਰਦ ਦਾ ਅਰਥ ਹੁੰਦਾ ਸੁਭਾਅ। ਸੁਭਾਅ ਬਿਰਦ ਦਾ ਅਰਥ ਹੁੰਦਾ ਦੱਦੇ ਨਾਲ ਜਦੋਂ ਸ਼ਬਦ ਆ ਜੇ ਨਾ ਗੁਰੂ ਪਿਆਰਿਓ ਬਿਰਦ, ਤਾਂ ਉਹਦਾ ਅਰਥ ਹੁੰਦਾ ਸੁਭਾਅ। ਪਰਮੇਸ਼ਵਰ ਦਾ ਇੱਕ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਨ ਆ ਜਾਂਦਾ ਉਹਦੇ ਤੇ ਦਇਆ ਕਰਦਾ। ਇਹ ਉਹਦਾ ਸੁਭਾਅ ਹੈ ਗੁਰੂ ਪਿਆਰਿਓ, ਉਹਨੇ ਦਇਆ ਕਰਨੀ ਹੈ। ਆਪਾਂ ਕਹਿੰਦੇ ਫਲਾਣੇ ਦੀ ਤਾਂ ਆਦਤ ਹੈ ਯਾਰ, ਉਹ ਤਾਂ ਮਾੜੀ ਜੀ ਜਦੋਂ ਉਹਨੂੰ ਕੋਈ ਗੱਲ ਕਹਿ ਦੇ ਉਹਨਾਂ ਤਾਂ ਭੜਕ ਹੀ ਪੈਂਦਾ, ਉਹਦਾ ਤਾਂ ਸੁਭਾਅ ਹੈ। ਉਵੇਂ ਪ੍ਰਮਾਤਮਾ ਦਾ ਸੁਭਾਅ ਹੈ, ਜਿਹੜਾ ਇਹਦੀ ਸ਼ਰਨ ਦੇ ਵਿੱਚ ਆ ਜੇ ਉਹਦੇ ਤੇ ਇਹਨੇ ਕਿਰਪਾ ਕਰਨੀ ਹੈ ਗੁਰੂ ਪਿਆਰਿਓ। ਇਹ ਉਹਦਾ ਸੁਭਾਅ ਹੈ। ਪ੍ਰਭ ਆਪਣਾ ਬਿਰਦ ਸੰਭਾਰਿਆ, ਤੇ ਵਾਹਿਗੁਰੂ ਆਪਣੇ ਇਸ ਬਿਰਦ ਨੂੰ ਸੰਭਾਲਦਾ ਹੈ। ਉਹਨੇ ਆਪਣਾ ਬਿਰਦ ਸੰਭਾਲਿਆ ਹੈ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਇੱਕ ਗੱਲ ਹੋਰ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਜਦੋਂ ਕਹਿੰਦੇ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈ ਕੇ ਅਰਦਾਸ ਕੀਤੀ ਨਾ, ਕਹਿੰਦੇ ਫਿਰ ਉਹਨੇ ਸਾਡਾ ਗੁਣ ਔਗਣ ਨਹੀਂ ਦੇਖਿਆ। ਮਤਲਬ ਕੀ ਹੈ? ਮਤਲਬ ਸਾਨੂੰ ਸਮਝਾ ਰਹੇ ਨੇ, ਜਦੋਂ ਕਹਿੰਦੇ ਤੁਸੀਂ ਸਾਰੇ ਆਸਰੇ ਛੱਡ ਕੇ ਗੁਰੂ ਦੇ ਦਵਾਰ ਆ ਗਏ ਨਾ, ਗੁਰੂ ਨਾਨਕ ਸਾਹਿਬ ਦੇ ਘਰ ਆ ਗਏ, ਫਿਰ ਕਹਿੰਦੇ ਗੁਣ ਔਗਣ ਨਹੀਂ ਤੁਹਾਡੇ ਦੇਖਣੇ, ਉਹਨੇ ਗੁਣ ਔਗਣ ਨਹੀਂ ਦੇਖਣੇ, ਉਹਨੇ ਕਿਰਪਾ ਕਰ ਦੇਣੀ ਹੈ, ਬਖਸ਼ਿਸ਼ ਕਰ ਦੇਣੀ ਹੈ ਗੁਰੂ ਪਿਆਰਿਓ। ਜਦੋਂ ਤੁਸੀਂ ਉਹਦੇ ਦਰ ਤੇ ਆ ਗਏ, ਕੋਈ ਘਰ ਦੇ ਅੱਗੇ ਬੂਹੇ 'ਚ ਗੁਰੂ ਪਿਆਰਿਓ ਕੋਈ ਪਾਟੇ ਪੁਰਾਣੇ ਕੱਪੜੇ ਪਾ ਕੇ ਕੋਈ ਮੰਗਤਾ ਆ ਜੇ ਤੇ ਆ ਕੇ ਹੱਥ ਫੈਲਾ ਕੇ ਆਖੇ ਮੈਨੂੰ 2 ਰੋਟੀਆਂ ਖਾਣ ਨੂੰ ਦੇ ਦਿਓ, ਤੇ ਅਸੀਂ ਗੁਰੂ ਪਿਆਰਿਓ ਉਹਦਾ ਕੋਈ ਗੁਣ ਔਗਣ ਕੋਈ ਪਿੱਛਾ ਦੇਖਦੇ ਆ? ਕੌਣ ਹੈ, ਕਿੱਥੋਂ ਆਇਆ, ਕਿਸ ਖਾਨਦਾਨ ਦਾ ਹੈ, ਕਿਸ ਪਰਿਵਾਰ ਦਾ ਹੈ, ਕੀ ਇਹਨੇ ਕੀਤਾ ਕੀ ਨਹੀਂ ਕੀਤਾ, ਅਸੀਂ ਨਹੀਂ ਦੇਖਦੇ। ਅਸੀਂ ਕੀ ਕਰਦੇ ਹਾਂ? ਛਾਬੇ ਚੋਂ ਛੀਕੂ ਚੋਂ ਰੋਟੀਆਂ ਚੁੱਕ ਕੇ ਉਹਦੀ ਥੇਲੀ ਤੇ ਰੱਖ ਦਿੰਦੇ ਆ। ਕਿਉਂ? ਸਾਡੇ ਦਰ ਤੇ ਆਇਆ ਔਰ ਉਹਨੇ ਕਿਹਾ ਵੀ ਭੁੱਖ ਲੱਗੀ ਹੈ ਮੈਨੂੰ ਦੇ ਦਿਓ, ਮੇਰੇ ਕੋਲੇ ਖਾਣ ਦਾ ਪ੍ਰਬੰਧ ਨਹੀਂ ਹੈ। ਇਵੇਂ ਗੁਰੂ ਪਿਆਰਿਓ ਜਦੋਂ ਕੋਈ ਅਕਾਲ ਪੁਰਖ ਦੇ ਦਰ ਤੇ ਆ ਜਾਂਦਾ ਹੈ ਨਾ, ਗੁਰੂ ਦੇ ਦਰ ਤੇ ਆ ਜਾਂਦਾ ਹੈ, ਗੁਰੂ ਫਿਰ ਪਿੱਛਾ ਨਹੀਂ ਦੇਖਦਾ ਹੈ, ਚੰਗਾ ਮਾੜਾ ਨਹੀਂ ਦੇਖਦਾ, ਉਹਦੇ ਤੇ ਕਿਰਪਾ ਕਰਦਾ ਹੈ। ਇਸ ਕਰਕੇ ਗੁਰੂ ਦੇ ਦਰ ਤੇ ਆਉਣਾ ਚਾਹੀਦਾ ਹੈ। ਗੁਰ ਕਾ ਸ਼ਬਦ ਭਇਓ ਸਾਖੀ। ਗੁਰ ਕਾ ਸ਼ਬਦ ਭਇਓ ਸਾਖੀ। ਸਾਖੀ ਸ਼ਬਦ ਹੈ ਜਿਹੜਾ ਸਾਖੀ, ਸਾਖੀ ਦਾ ਅਰਥ ਦੋ ਅਰਥ ਹੁੰਦੇ। ਇੱਕ ਕਹਾਣੀ ਹੁੰਦਾ ਸਾਖੀ ਦਾ, ਇੱਥੇ ਸਾਖੀ ਇੱਕ ਸਾਖੀ ਗਵਾਹੀ ਨੂੰ ਵੀ ਕਹਿ ਦਿੰਦੇ। ਇੱਥੇ ਸਾਖੀ ਦਾ ਅਰਥ ਹੈ ਸਾਖਿਆਤ। ਗੁਰੂ ਦਾ ਜਿਹੜਾ ਸ਼ਬਦ ਹੈ ਅੰਦਰ ਸਾਖਿਆਤ ਹੋ ਗਿਆ, ਅੰਦਰ ਪ੍ਰਕਾਸ਼ਿਤ ਹੋ ਗਿਆ। ਜਦੋਂ ਅਸੀਂ ਸ਼ਬਦ ਦੀ ਕਥਾ ਸੁਣੀ ਹੈ ਤੇ ਇਹ ਸ਼ਬਦ ਗੁਰੂ ਪਿਆਰਿਓ ਸਾਡੇ ਅੰਦਰ ਸਾਖਿਆਤ ਹੋ ਗਿਆ, ਸਾਡੇ ਅੰਦਰ ਜਿਹੜਾ ਸੀ ਉਹ ਪ੍ਰਜਵਲਿਤ ਹੋ ਗਿਆ, ਪ੍ਰਕਾਸ਼ਿਤ ਹੋ ਗਿਆ। ਇਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਭਇਓ ਸਾਖੀ। ਗੁਰੂ ਦਾ ਸ਼ਬਦ ਜਿਹੜਾ ਸੀ ਉਹ ਸਾਡੇ ਅੰਦਰ ਸਾਖਿਆਤ ਹੋ ਗਿਆ। ਤਿਨ ਸਗਲੀ ਲਾਜ ਰਾਖੀ। ਤਿਨ ਸਗਲੀ ਲਾਜ ਰਾਖੀ, ਤੇ ਉਸ ਸ਼ਬਦ ਨੇ, ਉਸ ਗੁਰੂ ਨੇ ਸਾਡੀ ਸਾਰੀ ਲਾਜ ਜਿਹੜੀ ਹੈ, ਸਾਰੀ ਪੱਤ, ਸਾਰੀ ਇੱਜ਼ਤ ਜਿਹੜੀ ਹੈ ਰੱਖ ਲਏ। ਬੁਲਾਇਆ ਬੋਲੀ ਤੇਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖੋ ਕਿੱਡੀ ਕਮਾਲ ਦੀ ਗੱਲ ਕਹਿੰਦੇ ਨੇ। ਕਹਿੰਦੇ ਹੇ ਅਕਾਲ ਪੁਰਖ ਬੁਲਾਇਆ ਬੋਲੀ ਤੇਰਾ। ਵਾਹਿਗੁਰੂ ਕਹਿੰਦੇ ਅਸੀਂ ਤਾਂ ਤੇਰੇ ਬੁਲਾਏ ਬੋਲਦੇ ਆ। ਆਹ ਜਿਹੜੇ ਬੋਲ ਹੈ ਨਾ ਇਹ ਕੋਈ ਸਾਡੇ ਥੋੜੀ ਹੈ। ਕੌਣ ਕਹਿ ਰਿਹਾ ਗੁਰੂ ਪਿਆਰਿਓ? ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਹੇ ਅਕਾਲ ਪੁਰਖ ਆ ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਹਾਂ ਨਾ ਆ ਸ਼ਬਦ ਦੇ ਅੰਦਰ, ਇਹ ਕੋਈ ਸਾਡੀਆਂ ਥੋੜੀ ਹੈ, ਇਹ ਤਾਂ ਤੂੰ ਬੁਲਾ ਰਹੇ ਆ ਤੇ ਅਸੀਂ ਕਹਿ ਰਹੇ ਹਾਂ। ਦੇਖੋ ਕਿੱਡੀ ਕਮਾਲ ਦੀ ਗੱਲ। ਬੁਲਾਇਆ ਬੋਲੀ ਤੇਰਾ। ਇਹ ਵਾਹਿਗੁਰੂ ਤੂੰ ਬੁਲਾਉਣਾ ਤੇ ਅਸੀਂ ਬੋਲਦੇ ਪਏ ਆ, ਤੂੰ ਬੁਲਾਇਆ ਤੇ ਅਸੀਂ ਬੋਲਦੇ ਪਏ ਆ। ਇਹ ਤੇਰੇ ਬੋਲ ਹੈ, ਸਾਡੇ ਬੋਲ ਨਹੀਂ ਹੈ। ਇਹੋ ਹੀ ਗੁਰੂ ਪਿਆਰਿਓ ਬਾਣੀ ਦੀ ਖਾਸੀਅਤ ਹੈ। ਸਤਿਗੁਰਾਂ ਨੇ ਬਾਣੀ ਉਚਾਰੀ ਹੈ ਪਰ ਬਾਣੀ ਤੇ ਆਪਣਾ ਦਾਵਾ ਨਹੀਂ ਰੱਖਿਆ। ਇਹੋ ਹੀ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਾਂ ਇਹ ਆਖਿਆ ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਅਸੀਂ ਤਾਂ ਉਹ ਕਿਹਾ ਜਿਹੜਾ ਵਾਹਿਗੁਰੂ ਨੇ ਹੁਕਮ ਕੀਤਾ ਹੈ, ਉਹ ਬੋਲ ਰਹੇ ਆ ਜਿਹੜਾ ਵਾਹਿਗੁਰੂ ਬੁਲਾ ਰਿਹਾ ਹੈ। ਤੂੰ ਸਾਹਿਬ ਗੁਣੀ ਗਹਿਰਾ। ਤੂੰ ਸਾਹਿਬ ਗੁਣੀ ਗਹਿਰਾ, ਤੂੰ ਮਾਲਕ ਹੈ, ਗੁਣਾਂ ਦਾ ਗਹਿਰਾ ਸਾਗਰ ਹੈ। ਜਪ ਨਾਨਕ ਨਾਮ ਸੱਚ ਸਾਖੀ। ਜਪ ਨਾਨਕ ਨਾਮ ਸੱਚ ਸਾਖੀ। ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਸੰਗਤ 'ਚ ਬੈਠੇ ਹੈ ਨਾ, ਇਹਨਾਂ ਨੂੰ ਸਮਝਾਓ
ਕਿ ਭਾਈ ਜਪਿਆ ਕਰੋ, ਜਪਣਾ ਚਾਹੀਦਾ ਹੈ। ਕਿਹਨੂੰ ਜਪਣਾ ਚਾਹੀਦਾ ਹੈ? ਉਸ ਸੱਚੇ ਨਾਮ ਨੂੰ ਜਿਹੜਾ ਸਾਰੇ ਸੰਸਾਰ ਦੇ ਅੰਦਰ ਸਾਖਿਆਤ ਹੈ, ਉਹਦੇ ਨਾਮ ਨੂੰ ਜਪਣਾ ਚਾਹੀਦਾ ਹੈ। ਆਪਣੇ ਦਾਸ ਕੀ ਪੈਜ ਰਾਖੀ। ਉਸ ਅਕਾਲ ਪੁਰਖ ਨੂੰ ਜਪਿਆ ਕਰੋ, ਉਸ ਅਕਾਲ ਪੁਰਖ ਨੂੰ ਜਪਣਾ ਚਾਹੀਦਾ ਹੈ। ਭਾਈ ਆਪਣੇ ਦਾਸ ਕੀ ਪੈਜ ਰਾਖੀ, ਜਿਨੇ ਆਪਣੇ ਸੇਵਕ ਦੀ ਪੈਜ ਰੱਖੀ ਹੈ। ਦਾਸਾਂ ਦੀ ਜਿਹੜਾ ਪੈਜ ਰੱਖਦਾ ਹੈ, ਸੇਵਕਾਂ ਦੀ ਇੱਜ਼ਤ ਰੱਖਦਾ ਹੈ, ਉਹਨੂੰ ਜਪਣਾ ਚਾਹੀਦਾ ਹੈ ਗੁਰੂ ਪਿਆਰਿਓ। ਤੇ ਸੇਵਕਾਂ ਦੀ ਇੱਜ਼ਤ ਰੱਖਣ ਵਾਲਾ ਇਸ ਜਗਤ ਦੇ ਵਿੱਚ ਕੇਵਲ ਤੇ ਕੇਵਲ ਇੱਕ ਨਿਰੰਕਾਰ ਹੈ, ਇੱਕ ਅਕਾਲ ਪੁਰਖ ਹੈ, ਇੱਕ ਵਾਹਿਗੁਰੂ ਹੈ ਗੁਰੂ ਪਿਆਰਿਓ। ਕੋਈ ਹੋਰ ਇੱਜ਼ਤ ਨਹੀਂ ਰੱਖ ਸਕਦਾ। ਇੱਜ਼ਤ ਜੇ ਚਾਹੁੰਦੇ ਨਾ ਸਾਡੀ ਢਕੀ ਰਹੇ ਤੇ ਅਰਦਾਸ ਅਕਾਲ ਪੁਰਖ ਦੇ ਅੱਗੇ ਹੋਣੀ ਚਾਹੀਦੀ ਹੈ ਗੁਰੂ ਪਿਆਰਿਓ। ਬੰਦਿਆਂ ਦੇ ਅੱਗੇ ਕਰਾਂਗੇ ਜੋਦੜੀਆਂ, ਬੰਦੇ ਤਾਂ ਇੱਜ਼ਤਾਂ ਨੰਗੀਆਂ ਕਰਨ ਵਾਲੇ ਹੀ ਹੈ, ਢਕਣ ਵਾਲੇ ਥੋੜੀ ਹੈ ਗੁਰੂ ਪਿਆਰਿਓ। ਇਹ ਤਾਂ ਗੁਰੂ ਢਕਦਾ ਹੈ ਜਾਂ ਅਕਾਲ ਪੁਰਖ ਢਕਦਾ ਹੈ। ਇਸ ਕਰਕੇ ਅਰਦਾਸ ਕਰਨੀ ਹੈ ਤਾਂ ਗੁਰੂ ਅੱਗੇ ਕਰਨੀ ਹੈ, ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਕਰਨੀ ਹੈ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਇਸ ਸ਼ਬਦ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦੇ ਹਾਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।